श्री वाहिगुरु। एक ओंकार सतगुरु जे प्रसाद सच होए। वाहिगुरु जी की फतेह है। विघ्न विनाशन सोए आए, प्रभु शरणागति कृपा निध दयाल। एक अखर हर मन वस्त, नानक होत निहाल। ज्यों बुलावे त्यों बोला स्वामी, कुदरत कबन हमारी। साध संग नानक जस गायो, जो प्रभु की अत प्यारी। मोहन बसारो मैं जन तेरा वाहिगुरु। मोहन बसारो मैं जन तेरा वाहिगुरु। तेरा वाहिगुरु मोहना बसारो मैं जन तेरा, मैं जन तेरा, मैं जन तेरा, मैं जन तेरा, मैं जन तेरा। वाहिगुरु मैं जन तेरा, मैं जान 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 तेरा। वाहिगुरु मैं जान तेरा। मोहन बसार मैं जान तेरा वाहिगुरु। मोहन बसारो मैं जान तेरा वाहिगुरु। मोहन बसारो मैं जान तेरा वाहिगुरु। बहुत जन बिछड़े थे माधो जन तुम्हारे। कहर उदास आस लग जीवों चरक दर्शन। मैं नाही किछ हो नाही, किछ आहे ना मोरा। अवसर लजरा सबना जान कोरा। आओ साध संगत आप वड भागे हो, जो अपने ਕੰਮਾਂ ਕਾਰਾਂ ਤੋਂ ਛੁਟਕਾਰਾ ਪਾ ਕੇ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਸਤਸੰਗਤ ਹਰੀ ਜਸ ਕੀਰਤਨ ਦਾ ਲਾਭ ਉਠਾਉਣ ਦੇ ਲਈ ਗੁਰੂ ਦਰਬਾਰ ਵਿੱਚ ਪਹੁੰਚੇ ਹੋ।
ਕੱਲ ਆਪ ਸਰਵਣ ਕਰ ਰਹੇ ਸੀ। ਮਨ ਜਿਹੜਾ ਬੜਾ ਚੰਚਲ ਹੈ, ਜਿਹਦੀ ਰਫਤਾਰ ਦੀ ਵੀ ਸਾਸ ਨੂੰ ਕੋਈ ਗਿਣਤੀ ਮਿਣਤੀ ਨਹੀਂ। ਦੁਨੀਆ ਦੀਆਂ ਸਾਰੀਆਂ ਸਾਸਨ ਬਿਜਲੀ ਆਦਿਕ ਹੋਰ ਬਹੁਤ ਸਾਰੀਆਂ ਸਾਸਨ ਸਾਇੰਸਦਾਨਾਂ ਨੇ ਰਫਤਾਰ ਤੇਜ਼ੀ ਉਹਦਾ ਕੋਈ ਐਸਟੀਮੇਟ ਲਾ ਲਿਆ ਹੈ, ਪਰੰਤੂ ਮਨ ਦੀ ਰਫਤਾਰ ਕਿੰਨੀ ਕੁ ਹੈ, ਇਹਦੀ ਕੋਈ ਗਿਣਤੀ ਮਿਣਤੀ ਨਹੀਂ। ਇੱਕ ਛਿਨ ਦੇ ਅੰਦਰ ਸਾਧ ਸੰਗਤ, ਇੱਕ ਨਿਮਖ ਦੇ ਅੰਦਰ ਕਿਤੇ ਤੋਂ ਕਿਤੇ ਚਲਿਆ ਜਾਂਦਾ ਹੈ, ਤੇ ਮਨ ਕਾਬੂ ਦੇ ਵਿੱਚ ਵੀ ਨਹੀਂ ਆਉਂਦਾ, ਵਸ ਦੇ ਵਿੱਚ ਨਹੀਂ ਆਉਂਦਾ। ਭਾਵੇਂ ਸਾਧ ਕੋਈ ਬੜਾ ਵੱਡਾ ਧਨੀ ਹੋ ਜਾਏ, ਕੋਈ ਰਾਜਾ ਮਹਾਰਾਜਾ ਹੋ ਜਾਏ, ਕੁਝ ਵੀ ਹੋ ਜਾਏ, ਪਰੰਤੂ ਮਨ ਦੇ ਅਧੀਨ ਨੇ ਸਾਰੇ, ਮਨ ਦੇ ਕਾਬੂ ਦੇ ਵਿੱਚ ਨੇ। ਸੁਣਿਆ ਸੀ ਨਾ ਕੱਲ, ਮਨ ਦੀ ਫੌਜ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਮਨ ਦੀ ਫੌਜ ਹੈ। ਇਹ ਬੜੇ ਵੱਡੇ ਜਰਨੈਲ ਨੇ ਮਨ ਦੇ। ਇਹਨਾਂ ਚੋਂ ਵੱਡਾ ਕੌਣ ਹੈ, ਛੋਟਾ ਕੌਣ ਹੈ, ਇਹ ਵੀ ਨਹੀਂ ਕੁਝ ਕਿਹਾ ਜਾਂਦਾ। ਸੁਣਿਆ ਸੀ ਨਾ ਕੱਲ, ਕੋਈ ਬਿੱਛੂ ਵੇਚਦਾ ਫਿਰੇ ਤੇ ਸਾਰੇ ਬਿੱਛੂਆਂ ਦਾ ਮੁੱਲ 1 ਰੁਪਈਆ। ਪੁੱਛਣਾ ਕੀਤਾ ਵੇ ਹੈਨ ਬਿੱਛੂ ਵੱਡੇ ਛੋਟੇ ਤੇ ਮੁੱਲ ਸਾਰਿਆਂ ਦਾ ਇੱਕੋ ਹੀ, ਇਹ ਕਿਵੇਂ? ਕੋਈ ਬਿੱਛੂ ਵੱਡਾ ਹੈ, ਕੋਈ ਛੋਟਾ ਹੈ, ਤੇ ਮੁੱਲ ਸਾਰਿਆਂ ਦਾ 1 ਰੁਪਈਆ। ਉਹ ਕਹਿੰਦਾ ਵੀ ਹਾਂ, ਡੰਗ ਮਰਵਾ ਕੇ ਵੇਖ ਲਓ, ਭਾਵੇਂ ਵੱਡਾ ਹੈ ਭਾਵੇਂ ਛੋਟਾ ਹੈ, ਵੀ ਜ਼ਹਿਰ ਉਨੀਓ ਚੜ੍ਹਨੀ ਹੈ। ਐਸੇ ਤਰ੍ਹਾਂ ਸਾਧ ਸੰਗਤ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇੱਕ ਨੂੰ ਬਸ ਕਰ ਲਓ, ਚਾਰੇ ਬਸ ਆ ਜਾਣਗੇ। ਇੱਕ ਸਾਧ ਸੰਗਤ ਬੇਕਾਬੂ ਹੋਇਆ, ਬਾਕੀ ਦੇ ਨਾਲ ਚਾਰੇ ਬੇਕਾਬੂ ਹੋ ਜਾਣਗੇ। ਇਹ ਮਨ ਦੇ ਜਰਨੈਲ ਨੇ। ਮਨ ਕਾਬੂ 'ਚ ਕਿਵੇਂ ਆਉਂਦਾ ਹੈ? ਮਨ ਜੁਗਤੀ ਨਾਲ ਪਕੜਿਆ ਜਾਂਦਾ ਹੈ। ਗੁਰੂ ਦੇ ਸ਼ਬਦ ਦੁਆਰਾ ਸਾਧ ਸੰਤ ਵਸ 'ਚ ਆ ਸਕਦਾ ਹੈ। ਹੋਰ ਕੋਈ ਵੀ ਸਾਧਨ ਸਾਸਨ ਦੁਨੀਆ ਦਾ, ਸੰਸਾਰ ਦਾ, ਸਾਧ ਸੰਗਤ ਸਮਰੱਥ ਨਹੀਂ ਜਿਹਦੇ ਦੁਆਰਾ ਮਨ ਤੇ ਕਾਬੂ ਪਾਇਆ ਜਾ ਸਕੇ। ਸਾਰਾ ਸੰਸਾਰ ਮਨ ਦੇ ਅਧੀਨ ਵਿੱਚ ਹੈ, ਮਨ ਦੇ ਕਾਬੂ ਦੇ ਵਿੱਚ ਹੈ। ਆਖਿਆ ਸੀ ਅਫਲਾਤੂ ਨੇ ਬਾਦਸ਼ਾਹ ਸਿਕੰਦਰ ਨੂੰ, ਜੋ ਕਿ ਉਹਦਾ ਸ਼ਿਸ਼ ਸੀ, ਹੇ ਬਾਦਸ਼ਾਹ, ਕਹਿੰਦਾ ਹੈ ਗੁਰਦੇਵ, ਮੈਂ ਸਾਰੀ ਦੁਨੀਆ ਜਿੱਤ ਲਈ ਹੈ, ਮੈਂ ਆਪਣੇ ਸਾਰੇ ਦੁਸ਼ਮਣ ਜਿੱਤ ਲਏ ਨੇ, ਸਾਰੇ ਵੈਰੀ ਜਿੱਤ ਲਏ ਨੇ। ਅਫਲਾਤੂ ਕਹਿਣ ਲੱਗਾ, ਅਫਲਾਤੂ ਕਹਿਣ ਲੱਗਾ ਬਈ ਬੇਟਾ, हे ਬਾਦਸ਼ਾਹ, ਇੱਕ ਅਜੇ ਤੇਰਾ ਦੁਸ਼ਮਣ ਜਿਉਂਦਾ, ਵੱਡਾ ਭਾਰਾ ਦੁਸ਼ਮਣ, ਉਸ ਦੁਸ਼ਮਣ ਨੂੰ ਜਿੱਤੇ ਤੋਂ ਬਿਨਾਂ ਸੰਸਾਰ ਦਾ ਜਿੱਤਿਆ ਤੇਰਾ ਕਿਸੇ ਕੰਮ ਨਹੀਂ ਹੈ। ਦੁਨੀਆ ਜਿੱਤੀ ਕਿਸੇ ਕੰਮ ਨਹੀਂ ਆਉਣੀ ਜਦੋਂ ਤੱਕ ਤੂੰ ਉਹ ਆਪਣੇ ਦੁਸ਼ਮਣ ਨੂੰ ਨਹੀਂ ਜਿੱਤ ਲੈਂਦਾ। ਕਹਿਣ ਲੱਗਾ, ਦੁਸ਼ਮਣ? ਮੇਰਾ ਦੁਸ਼ਮਣ ਕੌਣ ਹੈ? ਕਿਹੜਾ ਰਹਿ ਗਿਆ ਮੇਰਾ ਵੈਰੀ? ਮੈਨੂੰ ਹੁਣੇ ਹੀ ਹੁਕਮ ਕਰੋ ਤੇ ਮੈਂ ਹੁਣੇ ਹੀ ਚਤਰੰਗੀ ਸੈਨਾ ਲੈ ਕੇ ਚੜ੍ਹਾਈ ਕਰ ਦਿੰਦਾ, ਹੁਣੇ ਤੁਹਾਡੇ ਚਰਨਾਂ 'ਚ ਲਿਆ ਕੇ ਰੱਖ ਦੂੰ। ਉਹ ਅਫਲਾਤੂ ਕਹਿਣ ਲੱਗਾ, ਨਹੀਂ ਬਾਦਸ਼ਾਹ ਸਿਕੰਦਰ, ਉਹ ਦੁਸ਼ਮਣ ਤੇਰੇ ਕੋਲ ਹੀ ਰਹਿੰਦਾ। ਕਹਿੰਦਾ, ਕੋਲ ਹੀ ਰਹਿੰਦਾ? ਮੇਰੇ ਕੋਲ? ਕੌਣ ਹੈ ਐਸਾ ਜਿਹੜਾ ਮੇਰੇ ਕੋਲ ਰਹੇ, ਮੇਰਾ ਦੁਸ਼ਮਣ? ਅਫਲਾਤੂ ਕਹਿਣ ਲੱਗੇ, ਇੱਥੇ ਹੀ ਵਸ ਨਹੀਂ, ਉਹ ਤੇਰੇ ਅੰਦਰ ਰਹਿੰਦਾ ਹੈ। ਬੋਲੋ ਸਤਨਾਮ। ਅੰਦਰ ਰਹਿੰਦਾ ਹੈ? ਮੇਰੇ ਅੰਦਰ ਰਹਿੰਦਾ ਹੈ? ਬਾਦਸ਼ਾਹ ਗੁੱਸੇ ਵਿੱਚ ਆ ਗਿਆ, ਬਾਦਸ਼ਾਹ ਗੁੱਸੇ 'ਚ ਆ ਗਿਆ। ਕਹਿਣ ਲੱਗਾ, ਮੈਨੂੰ ਜਲਦੀ ਦੱਸੋ ਹੇ ਗੁਰਦੇਵ, ਕੌਣ ਹੈ ਮੇਰਾ ਦੁਸ਼ਮਣ ਜਿਹੜਾ ਮੇਰੇ ਕੋਲ ਰਹਿੰਦਾ, ਇੰਨਾ ਨਜ਼ਦੀਕ ਰਹਿੰਦਾ? ਜਿਵੇਂ ਸਾਧ ਸੰਗਤ ਨਾਲ ਦੱਸਿਆ ਜਾਂਦਾ, ਕਿਸੇ ਰਾਜੇ ਦੇ ਦਰਬਾਰ ਵਿੱਚ ਪੰਡਤ ਜੀ ਨੇ, ਪੰਡਤ ਨੇ ਕਿਸੇ ਕਾਰਨ ਕਰਕੇ ਕਥਾ ਕਰਨ ਤੋਂ ਇਨਕਾਰ ਕਰ ਦਿੱਤਾ ਵੀ ਮੈਂ ਨਹੀਂ ਜਾਣਾ।
मैं नहीं जाना। राजे ने कई बंदे भेजे वे जाओ पंडित जी ने जरूर लैके आओ। कहने लगा भी मैं नहीं जाना। ब्राह्मण कहने लगा मैं नहीं जाना। पंडित कहता मैं नहीं जाना। जिवें सते ते बलवंडे ने इनकार कर दिता, मैं असीं कीर्तन नहीं करांगे। हौमे वास्ते गुरु घर दे विच कोई जगह नहीं है। इत्थे गरीबी है, इत्थे निर्माणता है, इत्थे शरधा है। शरधा तो हीणा पुरुष गुरु घर च आउंदा ही नहीं। जे आ जे तां फिर टिकदा नहीं, कुछ नहीं कर सकता। कर कृपा जिसका हृदय गरीबी वसावै। धन गुरु नानक जी लिखते हैं, नीचा अंदर नीच जात, नीची हूँ अत नीच, नानक तिनका संग साथ वड्यां सू क्या। गरीब कौन ने, गरीब कौन ने, निरतन कौन है। बाणी दसदी है जिहदे कोल नाम दा खजाना नहीं है, नाम दा धन नहीं है, वो निरतन है। कबीर जी लिखते हैं, निरतन कौन है जिहदे कोल नाम नहीं, जिहदे कोल वाहिगुरू परमेश्वर दा भजन दा किणका मात्र खजाना नहीं है, वो निरतन है। सो खैर पंडित जी कहने लगे असीं नहीं जावांगे। सत्य बलवंडे नहीं कहते असीं नहीं जावांगे, असीं कीर्तन नहीं करना। हौमे हो गई, हौमे सानू गुरु तो परे लै जाती है। हंकार है, कासे दी भी होवे, भावें चंगे गुणां दी होवे, ले कीर्तन दी होगी। कमाल होगी। बोलो सतनाम। कित्थे सासन भटकदे फिरदे, आए गुरु की शरण दे विच। गुरु साहब जी ने सासन नवाज दिते, कर दित्ती बख्शिश। सत्य ते बलवंडियों ने आए सी गुरु महाराज जी सानू। महाराज कहणगे कित्थे आ। कहंदे कीर्तन असीं राग विद्या जाणदे हां बड़ी चंगी, परंतु मरदे भुखे ही आ। महाराज कहने के राग ये तो बहुत वड्डी गल है। जो तुसी राग जानते हो ये तो बहुत वड्डी विद्या है। 14 तरह की विद्या विचों बड़ी श्रोमणी विद्या है, बड़ी चंगी विद्या है जे। परंतु जे तुसी राग दे विच किते वाहिगुरू दा जस करन लग पवो ना, कईयां दा गाला बड़ा सोहना हुंदा, कहंदे असीं बड़ा सोहना गाउने आ। गाउंदे की ने? ऊट पटांग गाउणगे, गंदमंद गाउणगे, नरकां 'च ही वासा होऊगा। जे किते साध संगत उस गले दे नाल वाहिगुरू दा जस करन लग जाण, की कहंदी है बाणी? राजियां दा राजा बन जावे, ओ गुरु दियां सिफतां करे। राजियां दा राजा बन जावे, रब दियां सिफतां करे। प्यारे जी रब दियां सिफतां करे। बाणी कहंदी रब दियां सिफतां करे। राजियां दा राजा बन जावे, राजा बन जावे, रब दियां सिफतां करे। राजियां दा राजा बन जावे, रब दियां सिफतां करे।
ਸਿਫਤਾਂ ਕਰ ਰਾਜਿਆਂ ਦਾ ਰਾਜਾ ਬਣ ਜਾਵੇ। ਧੁਰ ਅੰਦਰੋਂ ਕਰੇ ਸਿਫਤਾਂ ਜਿਸਨੂੰ ਬਖਸ਼ੇ ਸਿਫਤ ਸਲਾਹ। ਕੀ ਕਹਿੰਦੇ ਨੇ ਗੁਰਦੇਵ? ਨਾਨਕ ਪਾਤਸ਼ਾਹੀ ਪਾਤਸ਼ਾਹੋ। ਕਮਾਲ ਹੈ। ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹੋ। ਬੋਲਿਆ ਨਾ ਕਰੋ ਭਾਈ, ਆ ਕੇ ਮੱਥਾ ਟੇਕ ਕੇ ਬੈਠ ਜਾ ਕਰੋ ਸੰਗਤ ਵਿੱਚ। ਸੋ ਸਾਧ ਸੰਗਤ ਆਓ ਧਿਆਨ ਦੇਵੋ। ਜਿਸਨੂੰ ਬਖਸ਼ੇ ਸਿਫਤ ਸਲਾਹ। ਸੱਤੇ ਬਲਵੰਡੇ ਨੂੰ ਸਤਿਗੁਰੂ ਜੀ ਕਹਿਣ ਲੱਗੇ ਤੁਸੀਂ ਰਾਗ ਵਿਦਿਆ ਜਾਣਦੇ ਹੋ ਤਾਂ ਰਾਗ ਦੇ ਵਿੱਚ ਬਾਣੀ ਗਾਇਆ ਕਰੋ, ਕੀਰਤਨ ਕਰਿਆ ਕਰੋ। ਕਲਯੁਗ ਦੇ ਅੰਦਰ ਕੀਰਤਨ ਬੜੀ ਵੱਡੀ ਮਹਾਨਤਾ ਰੱਖਦਾ ਹੈ। ਕੀਰਤਨ ਬੜੀ ਵੱਡੀ ਮਹਾਨਤਾ ਰੱਖਦਾ ਹੈ। ਕੀਰਤਨ ਤੁਸੀਂ ਕੀਰਤਨ ਕਰਿਆ ਕਰੋ। ਕਹਿੰਦੇ ਜੀ ਅਸੀਂ ਤਾਂ ਭੁੱਖੇ ਮਰਦੇ ਹਾਂ। ਮਹਾਰਾਜ ਕਹਿਣਗੇ ਕੀਰਤਨ ਕਰਿਆ ਤਾਂ ਕਰੋ, ਸਿਫਤਾਂ ਕਰਕੇ ਤਾਂ ਵੇਖ ਲਓ। ਸਾਧ ਸੰਗਤ ਲੱਗੇ ਕੀਰਤਨ ਕਰਨ। ਰਾਗ ਵਿਦਿਆ ਤਾਂ ਜਾਣਦੇ ਹੀ ਸੀ ਤੇ ਲੱਗੇ ਕੀਰਤਨ ਕਰਨ। ਸਾਧ ਸੰਗਤ ਸੱਤੇ ਬਲਵੰਡਿਓ ਨਹੀਂ ਸਹਿਜੇ ਸਹਿਜੇ ਸਾਧ ਸਿੰਘ ਕਿਹੜੀ ਪਦਵੀ ਨੂੰ ਪਹੁੰਚ ਗਏ। ਇੱਕ ਦਿਨ ਕਿਤੇ ਲੜਕੀ ਦਾ ਵਿਆਹ ਆ ਗਿਆ। ਲੜਕੀ ਦੇ ਵਿਆਹ ਦੇ ਵਿੱਚ ਮਹਾਰਾਜ ਨੂੰ ਕਹਿਣ ਲੱਗੇ ਵੀ ਤੁਸੀਂ ਨਾ ਅੱਜ ਦਾ ਚੜਾਵਾ ਸਾਨੂੰ ਦੇ ਦਿਓ। ਮਹਾਰਾਜ ਕਹਿਣਗੇ ਅੱਜ ਦਾ ਚੜਾਵਾ ਤੁਸੀਂ ਜਿੰਨੀ ਮਾਇਆ ਤੁਹਾਨੂੰ ਚਾਹੀਦੀ ਓਨੀ ਲੈ ਲਓ। ਚੜਾਵੇ ਦੀ ਗੱਲ ਕੀ ਕਰਦੇ? ਚੜਾਵੇ ਦੀ ਗੱਲ ਛੱਡੋ। ਚੜਾਵਾ ਤਾਂ ਕਈ ਵਾਰ ਵੱਧ ਜਾਂਦਾ ਹੈ, ਕਈ ਵਾਰ ਘਟ ਜਾਂਦਾ ਹੈ। ਇਸ ਕਰਕੇ ਚੜਾਵੇ ਦੀ ਗੱਲ ਛੱਡੋ। ਤੁਸੀਂ ਜਿੰਨੀ ਮਾਇਆ ਚਾਹੀਦੀ ਉਨੀ ਲੈ ਜਾਓ। ਉਹਨਾਂ ਨੇ ਸੋਚਿਆ ਵੀ ਮਹਾਰਾਜ ਸਾਨੂੰ ਟਾਲ ਦੇ, ਸਤਿਗੁਰੂ ਜੀ ਸਾਨੂੰ ਟਾਲ ਦੇਣੇ ਵੀ ਪੈਸੇ ਬਹੁਤੇ ਦੇਣੇ ਪੈਣਗੇ ਤੇ ਇਸ ਕਰਕੇ ਨਹੀਂ ਮਹਾਰਾਜ ਜੀ ਸਾਨੂੰ ਤਾਂ ਚੜਾਵਾ ਹੀ ਦੇ ਦਿਓ, ਇੱਕ ਦਿਨ ਦਾ ਚੜਾਵਾ ਦੇ ਦਿਓ। ਸਤਿਗੁਰੂ ਜੀ ਕਹਿਣ ਲੱਗੇ ਵੀ ਤੁਸੀਂ ਇਹ ਗੱਲ ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਸੱਤੇ ਨੂੰ ਬਲਵੰਡੇ ਨੂੰ ਤੁਸੀਂ ਗੱਲਾਂ ਕਿਹੋ ਜਿਹੀਆਂ ਕਰਦੇ ਹੋ? ਤੁਸੀਂ ਗੱਲਾਂ ਕਿਹੋ ਜਿਹੀਆਂ ਕਰਦੇ ਹੋ? ਜਿੰਨੇ ਮਾਇਆ ਦੀ ਲੋੜ ਉਨੀ ਲੈ ਜਾਓ, ਗੁਰੂ ਘਰ 'ਚ ਕੋਈ ਘਾਟਾ ਨਹੀਂ। ਬੋਲੋ ਕਿੰਨੇ ਦਿਨ ਕੰਮ ਸਰੂਗਾ ਤੁਹਾਡਾ? ਉਹ ਸਾਧ ਆਪਣੀ ਗੱਲ ਤੇ ਅੜੇ ਰਹੇ। ਕਿੱਥੇ ਤਾਂ ਗੁਰੂ ਦਾ ਵਚਨ ਮੰਨਣਾ ਹੁੰਦਾ ਹੈ, ਕਿੱਥੇ ਗੁਰੂ ਨੂੰ ਵਚਨ ਮਨਾ ਰਹੇ ਨੇ। ਬੋਲੋ ਸਤਿਨਾਮ। ਕਿੱਥੇ ਮਨਾ ਰਹੇ ਨੇ ਵਚਨ? ਕਹਿਣਗੇ ਨਹੀਂ ਮਹਾਰਾਜ ਜੀ ਸਾਨੂੰ ਤਾਂ ਚੜਾਵਾ ਹੀ ਦੇ ਦਿਓ। ਮਹਾਰਾਜ ਕਹਿਣਗੇ ਚੰਗਾ ਤੁਸੀਂ ਚੜਾਵਾ ਲੈ ਜਾਓ ਭਾਈ। ਫਿਰ ਸਿੱਖਾਂ ਨੂੰ ਪਤਾ ਲੱਗ ਗਿਆ ਵੀ ਅੱਜ ਦਾ ਚੜਾਵਾ ਹੈ ਨਾ, ਜਿਹੜਾ ਅੱਜ ਦਾ ਚੜਾਵਾ ਮਰਾਸੀਆਂ ਦੀ ਕੁੜੀ ਦੇ ਵਿਆਹ 'ਚ ਲੱਗਣਾ। ਲੱਗ ਗਿਆ ਪਤਾ ਸਿੱਖਾਂ ਨੂੰ। ਸਾਸ ਇੱਕ ਦੂਜੇ ਨੂੰ ਦੱਸ ਦਿੱਤਾ, ਸਾਰਿਆਂ ਨੇ ਇੱਕ ਦੂਜੇ ਨੂੰ ਦੱਸ ਦਿੱਤਾ ਵੀ ਅੱਜ ਦਾ ਚੜਾਵਾ ਹੈ ਨਾ ਜਿਹੜਾ, ਇਹ ਸੱਤੇ ਬਲਵੰਡੇ ਉਹਨਾਂ ਨੇ ਲੈ ਕੇ ਜਾਣਾ, ਗੁਰੂ ਘਰ 'ਚ ਨਹੀਂ ਲੱਗਣਾ। ਇਹ ਸੱਤੇ ਬਲਵੰਡੇ ਉਹਨਾਂ ਨੇ ਲੈ ਕੇ ਜਾਣਾ। ਸਾਰੇ ਸਿੱਖਾਂ ਨੇ ਇੱਕ ਦੂਜੇ ਨੂੰ ਦੱਸਤਾ ਮਰਾਸੀਆਂ ਦੀ ਕੁੜੀ ਦੇ ਵਿਆਹ 'ਚ ਲੱਗਣਾ ਬਈ ਅੱਜ ਦਾ ਚੜਾਵਾ। ਤੁਹਾਨੂੰ ਪਤਾ ਹੀ ਹੈ ਗਾਹਾਂ ਦੀ ਗਾਹਾਂ ਗੱਲਾਂ ਸਾਧ ਸਾਰੀ ਸੰਗਤ ਵਿੱਚ ਹੋ ਗਈ। ਕਿਸੇ ਨੇ ਇੱਕ ਪੈਸਾ ਨਹੀਂ ਚੜਾਇਆ। ਬੋਲੋ ਸਤਿਨਾਮ। ਤੇ ਉਹ ਕੀਰਤਨ ਕਰਦੇ ਨੇ ਤੇ ਉੱਚੇ ਹੋ ਕੇ ਦੇਖੀ ਜਾਂਦੇ ਨੇ ਵੀ ਕਿੰਨੇ ਪੈਸੇ ਆਉਂਦੇ ਨੇ। ਜਦੋਂ ਹੁਣ ਧਿਆਨ ਸਾਧ ਸੰਗਤ ਮਾਇਆ 'ਚ ਲੱਗੇ ਤਾਂ ਫਿਰ ਕੀਰਤਨ ਦਾ ਰਸ ਵੀ ਕੀ ਬਣਨਾ। ਫਿਰ ਜਦੋਂ ਸੰਗਤ ਵਿੱਚ ਆ ਕੇ ਸੁਰਤ ਸ਼ਬਦ ਦੇ ਨਾਲ ਜੁੜੀ ਹੋਏ ਨਾ, ਫਿਰ ਆਨੰਦ ਕੀ ਆਉਣਾ। ਸਤ ਸੰਗਤ ਕੈਸੀ ਜਾਣੀ ਜਿੱਥੇ ਇੱਕੋ ਨਾਮ ਬਖਾਣੀ। ਕਿੱਥੇ ਧਿਆਨ ਬਾਣੀ ਦੇ ਵਿੱਚ, ਸ਼ਬਦ ਦੇ ਵਿੱਚ, ਗੁਰੂ ਦੇ ਵਿੱਚ, ਕਿੱਥੇ ਧਿਆਨ। ਅੱਜ ਸਾਧ ਸੰਗਤ ਇਹਦੇ ਵਿੱਚ ਵੀ ਸਿੱਖ ਕਿੰਨਾ ਮੱਥਾ ਟੇਕਦੇ ਨੇ। ਕੋਈ ਭੁੱਲ ਭੁਲੇਖੇ ਕਿਸੇ ਨੇ ਮੱਥਾ ਟੇਕਤਾ ਤਾਂ ਟੇਕਤਾ, ਬਾਕੀ ਸਾਧ ਸੰਗਤ ਪੂਰਾ ਖਾਲੀ ਹੋ ਰਹਿ ਗਿਆ। ਹੁਣ ਸਾਧ ਸੰਗਤ ਤੋਂ ਤਾਂ ਇੰਨੇ ਗੁੱਸੇ ਵਿੱਚ ਆਏ, ਇੰਨੇ ਗੁੱਸੇ ਵਿੱਚ ਆਏ, ਦੂਜੇ ਦਿਨ ਕੀਰਤਨੇ ਕਰਨ ਨਹੀਂ ਆਏ। ਬੋਲੋ ਸਤਿਨਾਮ। ਕੀ ਕਹਿੰਦੇ ਨੇ? ਮਹਾਰਾਜ ਨੇ ਸਾਡੇ ਨਾਲ ਜਾਣ ਬੁੱਝ ਕੇ ਇਹ ਗੱਲ ਕਰੀ ਹੈ ਵੀ ਸਿੱਖਾਂ ਨੂੰ ਕਹਿ ਦਿੱਤਾ ਵੀ ਅੱਜ ਜਿਹੜਾ ਹੈ, ਕਮਾਲ ਦੀ ਗੱਲ ਹੈ, ਕਰਦੇ ਕੀਰਤਨ ਨੇ, ਰਹਿੰਦੇ ਕੋਲ ਨੇ, ਸਾਧ ਸੰਗਤ ਫਿਰ ਵੀ ਭਰਮ ਪਿਆ ਹੋਇਆ ਹੈ। ਰੱਬ ਕਿਤੇ ਦੂਰ ਨਹੀਂ, ਗੁਰੂ ਦੂਰ ਨਹੀਂ, ਪਰਮੇਸ਼ਰ ਦੂਰ ਨਹੀਂ, ਪਰੰਤੂ ਸਾਧ ਸੰਗਤ ਬਹੁਤ ਵੱਡਾ ਭਰਮ ਪਿਆ ਹੋਇਆ ਹੈ। ਅਗਿਆਨ ਦਾ ਸਾਧ ਸੰਗਤ ਅਗਿਆਨ ਭਰਮ ਪਿਆ ਹੋਇਆ। ਸੋ
ਹੁਣ ਗੁੱਸੇ ਵਿੱਚ ਆ ਕੇ ਕਹਿਣ ਲੱਗੇ ਵੀ ਅਸੀਂ ਤਾਂ ਨਾ ਕੀਰਤਨ ਕਰਨੇ ਨਹੀਂ ਜਾਣਾ ਹੈਗਾ। ਸਤਿਗੁਰੂ ਜੀ ਨੇ ਦੂਜੇ ਦਿਨ ਸੰਗਤ ਬੈਠੀ ਹੈ ਤੇ ਕੀਰਤਨੀਏ ਹਾਜ਼ਰੇ ਨਹੀਂ ਹੋਏ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਸਾਰੇ ਸੋਚਦੇ ਨੇ ਵੀ ਕੀ ਗੱਲ, ਅੱਗੇ ਤਾਂ ਬੜੇ ਟਾਈਮ ਸਿਰ ਆਜਾ ਕਰਦੇ ਸੀ ਰਾਗੀ ਸਿੰਘ, ਤੇ ਅੱਜ ਕੀਰਤਨ ਕਰਨਾ ਆਉਂਦੇ ਹੀ ਨਹੀਂ, ਅੱਜ ਆਉਂਦੇ ਹੀ ਨਹੀਂ ਕੀਰਤਨ ਕਰਨ। ਮਹਾਰਾਜ ਕਹਿਣ ਲੱਗੇ ਜਾਓ ਭਾਈ ਗੁਰਦਾਸ ਜੀ ਪੁੱਛੋ ਜਾ ਕੇ ਵੀ ਆਏ ਕਿਉਂ ਨਹੀਂ ਭਲਾ, ਕਿਤੇ ਵਿਆਹ ਵੂਹ ਦੇ ਵਿੱਚ ਤਾਂ ਨਹੀਂ ਫਸੇ ਹੋਏ, ਕੰਮਕਾਰ ਦੇ ਵਿੱਚ ਜ਼ਿਆਦਾ। ਜਦੋਂ ਭਾਈ ਗੁਰਦਾਸ ਜੀ ਨੇ ਜਾ ਕੇ ਕਿਹਾ, ਜਾ ਕੇ ਫਤਿਹ ਬੁਲਾਈ, ਸਤਿ ਸ੍ਰੀ ਅਕਾਲ ਆਖੀ ਵੀ ਸੱਤਾ ਜੀ ਬਲਵੰਡਾ ਜੀ ਤੁਸੀਂ ਚਲੋ ਗੁਰੂ ਘਰ ਵਿੱਚ ਕੀਰਤਨ ਕਰੋ। ਕਹਿੰਦਾ ਸਤਿਨੂਮ ਦਾ ਕਰ ਲਓ ਜੀ ਤੋਂ ਕਰਾਉਣਾ ਕੀਰਤਨ, ਸਤਿਨੂਮ ਦਾ ਕੀਰਤਨ। ਭਾਈ ਗੁਰਦਾਸ ਜੀ ਕਹਿਣਗੇ ਕਮਾਲ ਦੀ ਗੱਲ ਹੈ, ਕੀ ਹੋ ਗਿਆ ਤੁਹਾਨੂੰ, ਬੋਲਦੇ ਕਿਵੇਂ ਹੋ? ਕਹਿੰਦੇ ਬੋਲੀਏ ਨਾ, ਮਹਾਰਾਜ ਨੇ ਸਾਡੇ ਨਾਲ ਇਹ ਕੀਤੀ ਹੈ, ਸਾਰੇ ਸਿੱਖਾਂ ਨੂੰ ਕਹਿ ਦਿੱਤਾ ਪੈਸਾ ਕੋਈ ਨਾ ਚੜਾਇਓ। ਭਾਈ ਗੁਰਦਾਸ ਜੀ ਕਹਿਣ ਲੱਗੇ ਵੇ ਸਤਿਗੁਰੂ ਜੀ ਦਾ ਇਹੋ ਜਿਹਾ ਸੁਭਾਅ ਨਹੀਂ ਹੈ, ਤੁਸੀਂ ਅਜੇ ਤੱਕ ਨੇੜੇ ਰਹਿ ਕੇ ਵੀ ਨਹੀਂ ਸਮਝ ਸਕੇ, ਗੁਰਦੇਵ ਐਸੇ ਨਹੀਂ ਹਨ, ਇਹ ਤੁਹਾਡੇ ਮਨ ਦਾ ਭਰਮ ਹੈ, ਭੁਲੇਖਾ ਹੈ, ਤੁਸੀਂ ਮਾਇਆ ਹੁਣ ਲੈ ਲਓ ਜਿੰਨੀ ਲੈਣੀ ਹੈ। ਕਹਿੰਦੇ ਅਸੀਂ ਨਹੀਂ ਜਾਣਾ, ਬਸ ਗੱਲ ਮੁਕਾਤੀ, ਅਸੀਂ ਤਾਂ ਸਾਨੂੰ ਲੋੜ ਹੀ ਨਹੀਂ, ਕਿਸੇ ਹੋਰ ਸੋਢੀ ਅੱਗੇ ਕੀਰਤਨ ਕਰ ਲਾਂਗੇ, ਉਹਨੂੰ ਗੁਰੂ ਬਣਾ ਲਾਂਗੇ। ਜੇ ਸਾਡਾ ਮਰਦਾਨਾ ਨਾ ਹੁੰਦਾ ਤਾਂ ਗੁਰੂ ਨਾਨਕ ਨੇ ਕਿਹਨੇ ਮੰਨਣਾ ਸੀ? ਬੋਲੋ ਸਤਿਨਾਮ। ਇਹ ਤਾਂ ਅਸੀਂ ਕੀਰਤਨ ਕਰਦੇ ਹਾਂ ਤਾਂ ਗੁਰੂ ਬਣਾਉਣਾ, ਜਿਹਦੇ ਅੱਗੇ ਅਸੀਂ ਕੀਰਤਨ ਕਰਾਂਗੇ ਆਪਣਾ, ਜਿਹਨੂੰ ਅਸੀਂ ਮਨਾਵਾਂਗੇ ਬਣਾਵਾਂਗੇ ਗੁਰੂ, ਉਹੀ ਗੁਰੂ ਬਣ ਜਾਂਦਾ। ਕਿਸੇ ਹੋਰ ਅੱਗੇ ਕੀਰਤਨ ਕਰ ਲਾਂਗੇ, ਸਾਨੂੰ ਕੋਈ ਮਾਇਆ ਦਾ ਘਾਟਾ। ਭਾਈ ਗੁਰਦਾਸ ਜੀ ਕਹਿਣ ਲੱਗੇ ਕਮਾਲ ਦੀ ਗੱਲ ਹੈ, ਸੋਚ ਲਿਆ ਵੀ ਇਹ ਕੰਮ ਵਿਗੜ ਗਿਆ। ਆ ਕੇ ਮਹਾਰਾਜ ਨੂੰ ਕਿਹਾ ਸਤਿਗੁਰੂ ਜੀ ਵੀ ਉਹ ਨਹੀਂ ਆਉਂਦੇ, ਉਹਨਾਂ ਨੂੰ ਤਾਂ ਬਿਮਾਰੀ ਲੱਗ ਗਈ ਆ, ਬਿਮਾਰੀ, ਉਹਨਾਂ ਨੂੰ ਬਹੁਤ ਵੱਡਾ ਰੋਗ ਲੱਗ ਗਿਆ। ਬਾਣੀ ਕੀ ਕਹਿੰਦੀ ਹੈ? ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਇਹ ਬਿਮਾਰੀ ਹੈ ਮਾਣ ਦੀ, ਹਉਮੈ ਦੀ ਸਭ ਨਾਲੋਂ ਵੱਡੀ ਬਿਮਾਰੀ ਹੈ। ਇਹਨਾਂ ਨੂੰ ਬਿਮਾਰੀ ਲੱਗ ਗਈ, ਹੁਣ ਇਹ ਬਿਮਾਰੀ ਪਤਾ ਨਹੀਂ ਕੀ ਕੁਝ ਕਰਾਊਗੀ। ਇਹ ਬਿਮਾਰੀ ਸਾਸਮ ਬੜੀ ਭਿਆਨਕ ਹੈ, ਇਹ ਵਾਹਿਗੁਰੂ ਤੋਂ ਪਰਮੇਸ਼ਰ ਤੋਂ ਜਨਮਾਂ ਜਨਮਾਤਰਾਂ ਤੱਕ ਵਿਛੋੜ ਕੇ ਰੱਖ ਦਿੰਦੀ ਹੈ। ਸਰੀਰਕ ਬਿਮਾਰੀਆਂ ਦਾ ਇਲਾਜ ਤਾਂ ਕੋਈ ਡਾਕਟਰ ਕਰ ਲਵੇ, ਵੈਦ ਹਕੀਮ ਕਰ ਲਏ, ਪਰੰਤੂ ਇਹਨਾਂ ਬਿਮਾਰੀਆਂ ਦਾ ਇਲਾਜ ਜੇ ਕਰ ਦੇਣ ਗੁਰਦੇਵ ਤਾਂ ਕਰ ਦੇਣ, ਬਾਣੀ ਕਰ ਦੇਵੇ, ਨਾਮ ਕਰ ਦੇਵੇ, ਨਹੀਂ ਦੁਨੀਆ 'ਚ ਕੋਈ ਤਾਕਤ ਨਹੀਂ ਇਹਨਾਂ ਬਿਮਾਰੀਆਂ ਦਾ ਇਲਾਜ ਕਰਨ ਵਾਲੀ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਬਸ ਇੱਕੋ ਹੀ ਇਲਾਜ ਹੈ, ਇੱਕੋ ਹੀ ਸਾਸਨ ਵੈਦ ਹੈ, ਇੱਕੋ ਹੀ ਡਾਕਟਰ ਹੈ, ਇੱਕੋ ਹੀ ਹਕੀਮ ਹੈ। ਬਾਦ ਗੁਰੂ ਗੋਬਿੰਦਾ ਮੇਰਾ, ਬਾਦ ਗੁਰੂ ਗੋਬਿੰਦਾ, ਬਾਦ ਗੁਰੂ ਗੋਬਿੰਦਾ ਮੇਰਾ, ਬਾਦ ਗੁਰੂ ਗੋਬਿੰਦਾ ਮੇਰਾ, ਬਾਦ ਗੁਰੂ ਗੋਬਿੰਦਾ। ਵੈਦ ਗੁਰੂ ਹਰ ਹਰ ਨਾਮ ਔਖਦ ਮੁਖ ਦੇਵੈ, ਹਰ ਹਰ ਨਾਮ ਔਖਦ ਮੁਖ ਦੇਵੈ, ਹਰ ਹਰ ਨਾਮ ਔਖਦ ਮੁਖ ਦੇਵੈ। ਮੇਰਾ ਵੈਦ ਗੁਰੂ, ਵੈਦ ਗੁਰੂ ਗੋਬਿੰਦਾ ਮੇਰਾ, ਵੈਦ ਗੁਰੂ ਗੋਬਿੰਦਾ, ਵੈਦ ਗੁਰੂ ਗੋਬਿੰਦਾ। ਵੈਦ ਗੁਰੂ ਬਸ ਸਾਧ ਸੰਗਤ ਗੁਰੂ ਗੋਬਿੰਦ ਦੇ ਸਾਧ ਸੰਗਤ ਇਹਦਾ ਇਲਾਜ ਕਰਦਾ। ਔਖਦ ਇਹ ਦਵਾਈ ਦੇ ਕੇ, ਨਹੀਂ ਤਾਂ ਇਹ ਬਿਮਾਰੀ ਸਾਧ ਸੰਗਤ ਥੋੜ੍ਹੀ ਲਾ ਲਓ ਜਾਂ ਬਹੁਤੀ ਲਾ ਲਓ, ਹੈ ਸਾਡੇ ਸਾਰਿਆਂ ਦੇ ਅੰਦਰ ਹੀ, ਕੋਈ ਵਿਰਲਾ ਹੀ ਬਚਿਆ, ਵਿਰਲਾ ਹੀ। ਜਿਹੜਾ ਦਵਾਈ ਖਾਂਦਾ ਰਹੇ ਨਾ
ਲਗਾਤਾਰ ਦਵਾਈ ਖਾਂਦਾ ਰਹੇ, ਹਰ ਹਰ ਨਾਮ ਔਖਦ ਖਾਂਦਾ ਰਹੇ, ਉਹਦੀ ਬਿਮਾਰੀ ਫਿਰ ਦੂਰ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਇੱਕ ਦਿਨ ਸਾਧ ਸੰਗਤ ਇਹ ਬਿਮਾਰੀ ਖਤਮ ਹੋ ਜਾਂਦੀ ਹੈ। ਬੋਲੋ ਸਤਿਨਾਮ। ਪਰ ਹੈ ਕੋਰਸ ਬੜਾ ਲੰਮਾ ਹੈ, ਲਗਾਤਾਰ ਖਾਣੀ ਪੈਂਦੀ ਹੈ ਦਵਾਈ, ਕਿਉਂਕਿ ਸਾਧ ਸੰਗਤ ਰੋਗ ਵੀ ਛੋਟਾ ਨਹੀਂ ਹੈ, ਅੱਜ ਦਾ ਵੀ ਨਹੀਂ ਲੱਗਿਆ ਹੋਇਆ, ਪਤਾ ਨਹੀਂ ਕਿੰਨੇ ਕੁ ਜਨਮ ਸਾਧ ਸੰਗਤ, ਸੈਂਕੜੇ ਹਜ਼ਾਰਾਂ ਜਨਮ, ਪਤਾ ਨਹੀਂ ਕਿੰਨਾ ਕੁ ਸਮਾਂ ਯੁੱਗ ਬੀਤ ਗਏ ਇਸ ਰੋਗ ਨੂੰ ਲੱਗੇ ਨੂੰ। ਅਤੇ ਹੁਣ ਸਾਧ ਸੰਗਤ ਅਸੀਂ ਚਾਹੁੰਦੇ ਹਾਂ ਵੀ ਅੱਜ ਦਵਾਈ ਲਈਏ, ਅੱਜ ਟੀਕਾ ਲਵਾਈਏ ਅਤੇ ਅੱਜ ਹੀ ਹੋ ਜਾਈਏ ਤੰਦਰੁਸਤ। ਇਹ ਨਹੀਂ ਗੱਲ ਬਣਨੀ, ਬੜਾ ਲੰਮਾ ਸਮਾਂ ਖਾਣੀ ਪੈਂਦੀ ਹੈ ਦਵਾਈ, ਅਤੇ ਖਾਂਦੇ ਰਹਿਣਾ ਹੀ ਪੈਂਦਾ ਹੈ, ਨਾਲ ਪਥ ਪਰਹੇਜ਼ ਵੀ ਰੱਖਣਾ ਪੈਂਦਾ ਹੈ। ਸਾਰਿਆਂ ਦੁੱਖਾਂ ਦੀ ਦਾਰੂ ਇੱਕ ਤੇਰਾ ਨਾਮ ਵਾਹਿਗੁਰੂ, ਸਾਰਿਆਂ ਦੁੱਖਾਂ ਦੀ ਹੈ ਦਾਰੂ ਇੱਕ ਤੇਰਾ ਨਾਮ ਵਾਹਿਗੁਰੂ, ਸਾਰਿਆਂ ਦੁੱਖਾਂ ਦੀ ਹੈ ਦਾਰੂ ਪੜੋ ਭਾਈ ਸਾਰਿਆਂ ਦੁੱਖਾਂ ਦੀ ਹੈ ਦਾਰੂ। ਜਪ ਲੋ ਸਾਰਿਆਂ ਦੁੱਖਾਂ ਦੀ ਹੈ ਦਾਰੂ, ਭਾਈ ਸਾਰਿਆਂ ਦੁੱਖਾਂ ਦੀ ਹੈ ਦਾਰੂ, ਜੀ ਦੁੱਖਾਂ ਦੀ ਹੈ ਦਾਰੂ ਇੱਕ ਤੇਰਾ ਨਾਮ ਵਾਹਿਗੁਰੂ, ਸਾਰਿਆਂ ਦੁੱਖਾਂ ਦੀ ਹੈ ਦਾਰੂ ਇੱਕ ਤੇਰਾ ਨਾਮ ਵਾਹਿਗੁਰੂ, ਦਾਰੂ ਗੁਰਦੇਵ ਸ੍ਰੀ ਸੁਖਮਨੀ ਸਾਹਿਬ 'ਚ ਫਰਮਾਨ ਕਰਦੇ ਨੇ, ਸਰਬ ਰੋਗ ਕੋ ਔਖਦ ਨਾਮ, ਔਖਦ ਦਵਾਈ ਨੂੰ ਕਹਿੰਦੇ ਨੇ, ਸਰਬ ਰੋਗ ਕੋ ਕਮਾਲ ਹੈ, ਸਰਬ ਰੋਗ ਕੋ ਸਾਰੇ ਰੋਗਾਂ ਦਾ ਪਰੰਤੂ ਵਰਤਣੀ ਕਿਹੜਾ ਸੌਖੀ ਹੈ। ਕੱਲ ਸੁਣਿਆ ਸੀ ਨਾ, ਥੋੜ੍ਹੀ ਜਿਹੀ ਦਵਾਈ ਕੌੜੀ ਹੋਵੇ ਅੰਦਰ ਨਹੀਂ ਜਾਂਦੀ, ਇਹ ਹੈ ਤਾਂ ਬੜੀ ਮਿੱਠੀ ਅੰਮ੍ਰਿਤ ਵਰਗੀ। ਆਖਣ ਔਖਾ ਹੈ ਸਾਚਾ ਨਾਮ, ਔਖਾ ਹੈ ਸਾਚਾ ਨਾਮ, ਆਖਣ ਔਖਾ ਹੈ ਸਾਚਾ ਨਾਮ ਜੀ, ਆਖਣ ਔਖਾ ਹੈ ਨਾਮ, ਆਖਣ ਔਖਾ ਹੈ, ਆਖਣ ਔਖਾ ਹੈ। ਦੁਨੀਆ ਦੇ ਸਾਰੇ ਕੰਮ ਕਰਨੇ ਸੌਖੇ ਨੇ, ਪਰੰਤੂ ਨਾਮ ਜਪਣਾ ਬੜਾ ਹੀ ਔਖਾ ਹੈ, ਬੜਾ ਹੀ ਔਖਾ ਹੈ। ਜੇ ਵੈਰਾਗ ਨਾ ਹੋਵੇ, ਜੇ ਪ੍ਰੇਮ ਨਾ ਹੋਵੇ, ਪ੍ਰੇਮ ਹੋਵੇ ਫਿਰ ਤਾਂ ਸੌਖਾ ਹੀ ਹੈ, ਫਿਰ ਤਾਂ ਅੰਮ੍ਰਿਤ ਵਰਗਾ ਨਾਮ ਬੋਲੋ ਸਤਿਨਾਮ। ਨਹੀਂ ਤਾਂ ਬੜਾ ਔਖਾ ਹੈ। ਕਬੀਰ ਜੀ ਨੇ ਆਖਿਆ ਸੀ ਨਾ, ਭੁੱਖੇ ਭਗਤ ਨਾ ਕੀਜੈ। ਜਿਵੇਂ ਪਿਆਸ ਨਾ ਲੱਗੀ ਹੋਵੇ ਪਾਣੀ ਨਹੀਂ ਪੀਂਦਾ, ਭੁੱਖ ਨਾ ਲੱਗੀ ਹੋਵੇ ਰੋਟੀ ਨਹੀਂ ਖਾਉਂਦੀ, ਪ੍ਰਸ਼ਾਦਾ ਨਹੀਂ ਅੰਦਰ ਲੰਘਦਾ, ਇਸੇ ਤਰ੍ਹਾਂ ਜੇ ਭੁੱਖ ਨਾ ਹੋਵੇ, ਭੁੱਖੇ ਭਗਤ ਨਾ ਕੀਜੈ, ਜਦੋਂ ਹੇ ਵਾਹਿਗੁਰੂ ਜੈ ਮਾਲਾ ਆਪਣੀ ਲੀਜੈ। ਜਦੋਂ ਤੂੰ ਸਾਨੂੰ ਪ੍ਰੇਮ ਰੂਪੀ ਭੁੱਖ ਲਾਉਣੀ ਹੋ ਨਹੀਂ ਤੇ ਮਾਲਾ ਕੀ ਕਰੂਗੀ, ਪਖੰਡ ਬਣ ਜੂਗੀ ਹੱਥ 'ਚ ਫੜੀ ਹੋਈ।
इस करके हे वाहिगुरू सानू प्रेम रूपी भुख ला दे पहला, फिर माला फिरेगी, फिर सिमरन होएगा, फिर तो साध संगत भुखे भगत न कीजै, जै माला अपनी लीजै। इस करके आख्या है साचे नाम की लागै भूख, 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 लागै भूख। ਜਦੋਂ ਨਾਮ ਦੀ ਭੁੱਖ ਲੱਗੇਗੀ ਨਾ, ਪ੍ਰੇਮ ਦੀ ਭੁੱਖ ਲੱਗੇਗੀ, ਫਿਰ ਨਾਮ ਜਪਿਆ ਜਾਏਗਾ। ਪਰੰਤੂ ਭੁੱਖ ਨਾ ਲੱਗਣਾ ਵੀ ਇੱਕ ਬਿਮਾਰੀ ਹੈ, ਬਿਮਾਰੀ। ਅਸੀਂ ਜੇ ਭੁੱਖ ਨਾ ਲੱਗੇ ਆਪਾਂ ਡਾਕਟਰ ਕੋਲ ਜਾਂਦੇ ਹਾਂ, ਡਾਕਟਰ ਸਾਹਿਬ ਦੱਸੋ ਮੈਨੂੰ ਤਾਂ ਭੁੱਖ ਹੀ ਨਹੀਂ ਲੱਗਦੀ ਹੈ। ਇਸੇ ਤਰ੍ਹਾਂ ਮਹਾਰਾਜ ਕੋਲੇ ਆਉਣਾ ਸੱਚੇ ਪਾਤਸ਼ਾਹ, ਭੁੱਖੇ ਭਗਤ ਨੇ ਕੀਜਾ ਜਾਂ ਮਾਲਾ ਆਪਣੀ ਸੰਤਾ ਪ੍ਰੇਮ ਦੀ ਭੁੱਖ ਨਹੀਂ ਲੱਗਦੀ। ਫਿਰ ਮਹਾਰਾਜ ਜੀ ਕਹਿਣਗੇ ਚੂਰਨ ਖਾਓ, ਚੂਰਨ। ਵੈਦ ਕਹੂਗਾ, ਡਾਕਟਰ ਕਹੂਗਾ ਭਾਈ ਚੂਰਨ ਲੈ, ਤੇ ਚੂਰਨ ਦੇ ਨਾਲ ਤੈਨੂੰ ਆਪਣੇ ਆਪ ਭੁੱਖ ਲੱਗਣੀ ਸ਼ੁਰੂ ਹੋ ਜਾਏਗੀ। ਬੋਲੋ ਸਤ। ਇਹ ਕੀਰਤਨ ਦਾ ਸਾਧ ਸੰਗਤ ਚੂਰਨ ਲੈਣਾ ਪੈਂਦਾ, ਖਾਣਾ ਪੈਂਦਾ ਕੀਰਤਨ ਦਾ। ਸਤ ਸੰਗਤ ਦਾ ਸਾਧ ਸੰਗਤ ਸਤਸੰਗ ਵਿੱਚ ਆ ਕੇ ਕੀਰਤਨ ਦਾ ਚੂਰਨ ਖਾਓ, ਚੂਰਨ ਲਾਓ ਤੇ ਪ੍ਰੇਮ ਰੂਪੀ ਭੁੱਖ ਲੱਗੇਗੀ, ਫਿਰ ਨਾਮ ਜਪਿਆ ਜਾਏਗਾ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਦੇਖ ਲਓ ਵਰਤ ਕੇ। ਸੋ ਸਰਬ ਰੋਗ ਕੋ ਔਖਦ ਨਾਮ ਆਪ ਸਰਵਣ ਕਰ ਰਹੇ ਸੀ। ਕਲਿਆਣ ਰੂਪ ਮੰਗਲ ਗੁਣ ਗਾਮ। ਇਹ ਬਿਮਾਰੀ ਜਿਹੜੀ ਹੈ ਬੜੀ ਭਿਆਨਕ ਹੈ। ਸਾਨੂੰ ਸਾਰਿਆਂ ਨੂੰ ਸਾਧ ਸੰਗਤ ਥੋੜ੍ਹੀ ਜਾਂ ਬਹੁਤੀ, ਕਿਸੇ ਨੂੰ ਵਾਧਾ ਕਿਸੇ ਨੂੰ ਘਾਟਾ, ਲੱਗੀ ਹੋਈ ਜ਼ਰੂਰ ਹੈ, ਲੱਗੀ ਹੋਈ ਜ਼ਰੂਰ ਹੈ ਬਿਮਾਰੀ। ਬਿਮਾਰੀ ਤੋਂ ਰਹਿਤ ਸਾਧ ਸੰਗਤ ਕੋਈ ਕੋਟਨ ਮੈਂ ਕੂ ਹੁੰਦਾ ਹੈ, ਵਿਰਲਾ ਹੁੰਦਾ ਹੈ। ਇਸ ਬਿਮਾਰੀ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਸਾਧ ਸੰਗਤ। ਫਿਰ ਕਿਤੇ ਬਿਮਾਰੀ ਦੂਰ ਹੁੰਦੀ ਹੈ। ਤੁਸੀਂ ਸੁਣਿਆ ਵੀ ਲਗਾਤਾਰ ਨਾਮ ਦੀ ਦਵਾਈ ਲੈਣੀ ਪੈਂਦੀ ਹੈ, ਨਹੀਂ ਤਾਂ ਬਾਣੀ ਦੱਸਦੀ ਹੈ ਨਾ। ਧੰਨ ਗੁਰੂ ਨਾਨਕ ਜੀ। ਬੋਲੋ ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਸੰਸਾਰ ਰੋਗੀ ਇਹਦਾ ਨਾਮ ਹੈ ਦਾਰੂ, ਸੰਸਾਰ ਰੋਗੀ ਇਹਦਾ ਨਾਮ ਹੈ ਦਾਰੂ, ਨਾਮ ਹੈ ਦਾਰੂ। ਸੰਸਾਰ ਰੋਗੀ ਇਹਦਾ ਨਾਮ ਹੈ ਦਾਰੂ, ਸੰਸਾਰ ਰੋਗੀ ਇਹਦਾ ਨਾਮ ਹੈ ਦਾਰੂ, ਨਾਮ ਹੈ ਦਾਰੂ। ਦਵਾਈ ਵੀ ਦੱਸ ਦਿੱਤੀ, ਰੋਗ ਵੀ ਦੱਸ ਦਿੱਤਾ। ਬੋਲੋ ਸਤਿਨਾਮ। ਉਹੀ ਵੈਦ ਹੈ ਚੰਗਾ ਜਿਹੜਾ ਰੋਗ ਨੂੰ ਬੁੱਝ ਲੈ। ਜਿਹੜਾ ਉਹੀ ਟੀਕੇ ਲਾਈ ਜਾਵੇ, ਉਹੀ ਤੂੰ ਦਵਾਈ ਖਾ ਲੈ ਬਸ। ਉਹ ਕਹਿੰਦਾ ਮੈਨੂੰ ਬਿਮਾਰੀ ਤਾਂ ਦੱਸੋ, ਕਹਿੰਦੇ ਬਿਮਾਰੀ ਦਾ ਨਹੀਂ ਪਤਾ, ਤੂੰ ਦਵਾਈ ਖਾਈ ਚੱਲ ਬਸ। ਬੋਲੋ ਉਹ ਵੈਦ ਹੈ। ਰੋਗ ਦਾਰੂ ਦੋਵੇਂ ਬੁਝੇ, ਰੋਗ ਵੀ ਬੁੱਝ ਲਵੇ ਤੇ ਫਿਰ ਇਹ ਵੀ ਪਤਾ ਹੋਵੇ ਇੱਥੇ ਦਵਾਈ ਕਿਹੜੀ ਫਿੱਟ ਬੈਠੂਗੀ। ਉਹੀ ਅਸਲ ਵੈਦ ਹੈ, ਉਹੀ ਡਾਕਟਰ, ਉਹੀ ਹਕੀਮ ਹੈ ਅਸਲ। ਗੁਰੂ ਨਾਨਕ ਜੀ ਨੇ ਨਾਲੇ ਤਾਂ ਬੁੱਝਿਆ ਰੋਗ ਦੁਨੀਆ ਦਾ, ਸੰਸਾਰ ਦਾ, ਤੇ ਨਾਲੇ ਦੇਖਿਆ ਵੀ ਇੱਥੇ ਦਵਾਈ ਕਿਹੜੀ ਫਿੱਟ ਆਊਗੀ। ਦੇਖਿਆ ਵੀ ਹਉਮੈ ਦਾ ਰੋਗ ਸਾਰੇ ਸੰਸਾਰ ਨੂੰ ਲੱਗਿਆ। ਕਹਿ ਸਕਦਾ ਕੋਈ ਮੈਨੂੰ ਹਉਮੈ ਨਹੀਂ ਹੈ? ਕੋਈ ਕਹਿ ਸਕਦਾ ਮੈਨੂੰ ਮਾਣ ਦੀ ਬਿਮਾਰੀ ਨਹੀਂ, ਮੈਨੂੰ ਲੋਭ ਦੀ, ਮੈਨੂੰ ਹੰਕਾਰ ਦੀ ਬਿਮਾਰੀ ਨਹੀਂ ਹੈ? ਅੰਦਰ ਝਾਤੀ ਮਾਰ ਕੇ ਵੇਖੀਏ ਜਰਾ। ਉੱਪਰੋਂ ਉੱਪਰੋਂ ਕਹਿਣਾ ਵੱਖਰੀ ਗੱਲ ਹੈ, ਉੱਪਰੋਂ ਤਾਂ ਹਰ ਕੋਈ ਕਹਿ ਦਿੰਦਾ। ਕੋਈ ਮਾਈ ਕਹੇ ਮੈਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਮੇਰਾ ਤਾਂ ਮਨ ਸਾਫ਼ ਹੈ। ਮੈਨੂੰ ਪਾਠ ਕਰਨ ਦੀ ਕੀ ਲੋੜ ਹੈ, ਮੇਰਾ ਤਾਂ ਮਨ ਸਾਫ਼ ਹੈ। ਬੋਲੋ ਸਤਿਨਾਮ। ਉਹਨਾਂ ਦੇ ਕੁਝ ਪ੍ਰੇਮੀ ਸੀ, ਉਹ ਕਹਿਣ ਲੱਗੇ ਬਾਬਾ ਜੀ ਨੂੰ ਸਮਝਾਓ ਮਹਾਰਾਜਾ,
मैं कि इहनूं की समझाउणा, ਤਾਂ समझ ही पई है, ये तो आपे ही समझी हुई है, इनू की समझाउणा जब इनू कोई बीमारी तो है नहीं, उन्होंने दवाई की देनी है, ये तो मन साफ तो पिया। पर पुछया मां गल दस भाई तू मन साफ है तेरा, मन तेरा साफ है, न्याणिਆਂ ਨੂੰ ਤਾਂ नहीं कुटदी, कहती कुटदी होनी आ। मैं फिर गुस्सा आउंदा है, फिर ये मैल नहीं है, वकारां च तो नहीं मन जाता, लोभ तो नहीं है, ईरखा नहीं बुरदे, निंदा नहीं करते। फिर चुप बोलो हो सतनाम। मैं कहा मन साफ किधर हो गया, ऐ नहीं मन साफ होंदा गल्लां बातां दे नाल। क्रोध पिया है, लोभ पिया है, मोह पिया है, हंकार पिया है, ईरखा पई है, निंदा चुगली वखीली पई है, एवें मन साफ है जी, मन साफ है जी, मन साफ होना चाहिए। मन साफ होना तो चाहिए, परंतु मन साफ होऊ किवें? ये तो गल ठीक है, गुरु किहड़ा कहंदा भी मन मैला होना चाहिए, संगत किहड़ा कहंदी है मन मैला होना चाहिए, गुरुद्वारा कहंदा मन मैला होना चाहिए, कोई धार्मिक शास्त्र कहंदा है, कोई महापुरुष कहंदा भी मन मैला होना चाहिए। चाहिए तो मन साफ होना ही है, सासन पर मन साफ किवें होएगा, गल्लां दे नाल हो जू। मैं कहा बोल हुण पाठ करया करूँगी, कहंदी हाँ जी हुण करया करूँगी, नितनेम हुण पाठ करया करूँगी। उन्हें सोझी आ गई, बोलो सतनाम। अमृत भी छक लिया उन्हें, फिर गुरु वाली बन गई, बाणी पढ़न लग पई, पता लग गया भी भाई एवें नहीं गल, मन साफ नहीं है, गल्लां दे नाल नहीं मन साफ होंदा। कोई भी नहीं कह सकदा मन साफ है, जदों सतगुरु जी कह रहे हैं। महाराज की कह रहे हैं, हम अवगुण भरे एक गुण ना है। कमाल है, एक भी गुण नहीं साडे विच। असीं कहने महाराज कहने साडे च सारे अवगुण ने, एक भी गुण साडे विच नहीं है, तो असीं कह रहे हैं साडे च एक भी अवगुण नहीं है, साडे च सारे गुण ने। बोलो किन्नी गल उल्ट होई हुई है। सो खैर विस्तार च जानदा नहीं समा। रोग दारू दोवें बुझै तां वैद सजान, वो असल डॉक्टर है जिहड़ा ਉਹਦਾ रोग बुझ लवे मरीज आ भी ਇਹਨੂੰ रोग की है, तो फिर जो रोग बुझिया फिर यह भी पता होना चाहिए है भी ये दवाई किहड़ी ये फिट आऊगी। जे रोग जान लिया तो दवाई साध संगत पता नहीं, तो फिर तां भी गल नहीं बननी। गुरु नानक जी ने नाले तो बुझिया रोग दुनिया नू संसार नू, ये जमदा मरदा संसार क्यों है, दुखी क्यों है, इन्नियां तकलीफां क्यों ने, ये सब पवाड़े की जड़ हम है, हंकार है। बोलो सतनाम। फिर गुरु नानक जी ने सोचा ये होर जपां तपां दान पुन आदि के इन्हां दे नाल ने ये बीमारी नहीं दूर हो सकती, सगों वध जाती है। बोलो सतनाम। पाठ पढ़ियो आयुर्वेद विचारियो, बड़े पाठ कीते वेदां दे, पाठ पढ़ियो आयुर्वेद विचारियो, बड़ियां विचारां कीतियां, नवल भयंगम साधे, न्योली कर्म बड़े कीते, भयंगम नाड़ी की साधना बड़ी की, जोगी बन के पहुंचो जना संग ना छुड़ के, सगों अदक अहां बुद्ध वादे होर हंकार वध गया। असी तो बड़े बई बड़े वेद पाठी हो गए, ये तो बहुत बड़े विद्वान बन गए, ये तो बहुत बड़े जोगी बन गए। अदक अहां बुद्ध वादे प्यारे की कह रहे हैं सतगुरु गुरु अर्जन देव महाराज जी, तजर्बा प्यारे इन विद मिलन ना जाई, प्यारे इन विद मिलन ना जाई, प्यारे इन विद जाई, प्यारे इन विद मिलन जाई, प्यारे
सतगुरु गुरु अर्जन देव महाराज जी फरमान करते ने, इन विद मिल ना जाई मैं किए कर्म अनेकां। अगे कर्मां दा विस्तार भी दसदे ने किहड़े किहड़े कीते, विस्तार जानदा नहीं समा। हार परयो स्वामी कै द्वार है दीजै बुद्ध दबेका। गुरु की शरण विच पै के बस सच्चे पातशाह तुसीं कृपा करो, मेहर करो। ऐ वाहिगुरू का मिलाप नहीं हुंदा, गुरु तो बिना मिलाप नहीं हुंदा। हौमे भी नहीं मरदी, जूठे पांडे मांजने पैणगे, झाड़ू फेरना पऊ, तप्पड़ झाड़ने पैणगे, सेवा करनी पेगी। ऐ नहीं हौमे दूर हुंदी, सेवा करनी पेगी, सतसंगत करनी पेगी, कीर्तन सुनना पेगा, नाम जपना पेगा, बाणी पढ़नी पेगी ते बाणी दी विचार करनी पेगी भी मैं की हाँ, किहड़ी गल दा मान कर रहे हैं, किन्नी की ताकत है तेरे अंदर, थोड़ी जी विचार कर, डूंगा उतर अंतर्मुखी हो। फिर सास हमें कित्थे रहिंदी बोलो सतनाम। पर पूरी नहीं मरदी सिमरन दी कमाई तो बिना। साध संगत फिर सिमरन कढ़दा हड्डां चों, हौमे नूं हड्डां चों कढ़दा, हड्डां चों, नहीं तो फिर हो जाती है थोड़ी जी को बीमारी दब गई तो फिर हो जू। जब तक जड़ों नहीं ना बीमारी निकलती उदों तक साध संगत का डर रहिंदा है। फिर बीमारी होने का कई बार बीमारी दब जाती है, फिर हो जाती है। सो साध संगत आओ आप सरवण करते सी। गुरु नानक जी ने नाले तो बुझिया रोग, गुरु नानक जी पूरे वैद ने। रोग दारू दोवें बुझे तां वैद सुजान। नाले देखिया भी इत्थे होर गल्लां दे नाल गल नहीं बननी, इत्थे तां हुण नाम दी दवाई वरत होएगी संसार नूं। सचमुच गुरु नानक जी ने ये दवाई वरताई, ये औखद वरताई ते वरत रही है। गुरु घर दे विच हुण भी वरत रही है। जिन्हां ने खाधी तरीके नाल परहेज नाल वरती वो अरोग हो गए। ਜਿਹੜੇ ਵਰਤ ਰਹੇ ਨੇ ਇਹ ਅਰੋਗ ਹੋ ਰਹੇ ਨੇ, ਜਿਹੜੇ ਵਰਤਣਗੇ ਉਹ ਅਰੋਗ ਹੋ ਜਾਣਗੇ। ਬੋਲੋ सेवा करनी पेगी, सिमरन करना पेगा, संगत करनी पेगी, नाम जपना पेगा, गुरु वाला बनना पेगा। गल्लां दे नाल नहीं गल बनदी। सो खैर आओ ध्यान दवो। भाई गुरदास जी ने आके दस्या महाराज जी उन्होंने तो बीमारी लग गई है, बीमारी सत्ते बलवंड नूं तां बीमारी लग गई है। महाराज कहणगे अच्छा बाबा बुढ़ा जी तुसीं जाओ। बाबा बुढ़ा जी चले गए बुलाने वास्ते। कीर्तन का कितना सत्कार कर रहे हैं गुरदेव, कमाल है। बाबा बुढ़ा जी चले गए, भाई बलवंड जी भाई सत्ता जी आओ तुसीं गुरु घर विच कीर्तन करो। संगतां अड्डी करी ना, तुसीं घर बैठे हो मौज नाल। कहंदे जाओ जा साथों नूं दा कीर्तन सरदा। हुण कीर्तन तो हुण आउंदे साडे घरे बार बार सानूं बुलाउण वास्ते, हुण सार लो कीर्तन तो बिना। होर वध गई बीमारी। बोलो सतनाम। हुण जिउं जिउं इलाज करदे ने सगों होर बीमारी वध रही है। इलाज तां की होना, सगों होर बीमारी वध रही है। कीर्तन करो, हुण सरदा नहीं ना कीर्तन तो बिना। साथों बिना कीर्तन नहीं होना। ये तो गुरदेव जोज वरता रहे ने सिखां नूं कीर्तन की दात देण वास्ते। सतगुरु गुरु अर्जन देव महाराज जी भी इन्हां दे सारे बंधन तोड़ दिए। हुण सिखां दे किसी दे अधीनगी च ना रहण, इन्हां नूं किसी दी मुथाजी ना होवे। इत्थों तक दस्सिया है बाबा बुढ़ा जी दे समझाउण तो भी ना आए। बोलो 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 कमाल है। बोलो धन गुरु अर्जन देव महाराज, धन गुरु अर्जन देव महाराज जी। सारे बोलो धन गुरु अर्जन देव महाराज जी। सतगुरु सच्चे पातशाह कीर्तनियां नूं लैण वास्ते आप तुर गए ने। गुरु अर्जन देव महाराज जी आप लैण चले ने घरे। आवाज़ दित्ती, सतगुरु जी दरवाजे ते गए। गुरु अर्जन देव महाराज जी धर्म नव गगन नवखंड में जो स्वरूपी रहो भर भन मथुरा कछ भेद नहीं गुरु अर्जन कीर्तन। अज असी कीर्तन की महानता नहीं जानते। अज कीर्तन हो रहा होंगे, बंदे दो चार बैठे सुन रहे होंगे ने, जेडे बैठे होंगे ने उन्हों का भी ध्यान किते ते किते मन ही नहीं टिकता। अव्वल तो करन वालियां दा भी ध्यान नहीं टिकता ते साथ सुनने वालियां दा की टिकना। सो सतगुरु सच्चे पातशाह कितनी कीर्तन की महानता दर्शा रहे हैं। आप सत्ते बलवंडे लैण वास्ते गए। दस्सिया जाता है मरदाना
ਜਿਹੜਾ ਗੁਰੂ ਨਾਨਕ ਜੀ ਨਾਲ ਰਬਾਬ ਵਜਾਉਂਦਾ ਸੀ। ਜਦੋਂ ਗੁਰਦੇਵ ਦੇਵੀ ਗਲੇ ਤੋਂ ਕੀਰਤਨ ਉਚਾਰਨ ਕਰਦੇ, ਰਬਾਬ ਵਜਾਉਂਦਾ ਮਰਦਾਨਾ, ਬਾਣੀ ਦਾ ਉਚਾਰਨ ਕਰਦੇ, ਆਹਾ ਕੀਰਤਨ ਦਾ ਅਸਰ ਸਾਹ ਪੱਥਰਾਂ 'ਤੇ ਵੀ ਪੈ ਜਾਂਦਾ। ਪੱਥਰ ਵੀ ਮੋਮ ਹੋ ਜਾਂਦੇ, ਦਰਖਤਾਂ 'ਚੋਂ ਰਸ ਚੋਣ ਲੱਗ ਪੈਂਦਾ, ਅੰਮ੍ਰਿਤ ਚੋਣ ਲੱਗ ਪੈਂਦਾ, ਉੱਡਦੇ ਪੰਛੀ ਰੁਕ ਜਾਂਦੇ। ਭਿਆਨਕ ਤੋਂ ਭਿਆਨਕ ਸਾਧ ਸੰਗਤ ਪਸ਼ੂਆਂ ਜਾਨਵਰਾਂ 'ਤੇ ਵੀ ਅਸਰ ਕੀਰਤਨ ਦਾ ਹੁੰਦਾ, ਹੋਵੇ ਵੀ ਕਿਉਂ ਨਾ। ਅੱਜ ਅਸੀਂ ਕੀਰਤਨ ਕਰਦੇ ਹਾਂ, ਸਾਡਾ ਧਿਆਨ ਹੀ ਨਹੀਂ ਜੁੜਦਾ। ਅੱਜ ਅਸੀਂ ਕੀਰਤਨ ਸੁਣਦੇ ਹਾਂ, ਸਾਡਾ ਮਨ ਹੀ ਨਹੀਂ ਲੱਗਦਾ। ਅੱਜ ਅਸੀਂ ਬਾਣੀ ਪੜ੍ਹਦੇ ਹਾਂ, ਸਾਡਾ ਮਨ ਨਹੀਂ ਲੱਗਦਾ, ਮਨ ਨਹੀਂ ਟਿਕਦਾ। ਸਾਰਿਆਂ ਦੀ ਇੱਕੋ ਹੀ ਜ਼ਿਆਦਾਤਰ ਸਾਧ ਸੰਗਤ ਇਹ ਸ਼ਿਕਾਇਤ ਹੁੰਦੀ ਹੈ ਜੀ, ਬਾਣੀ ਵੀ ਪੜ੍ਹੀ ਦੀ ਹੈ, ਮਨ ਨਹੀਂ ਲੱਗਦਾ, ਨਾਮ ਵੀ ਜਪੀਦਾ, ਮਨ ਨਹੀਂ ਲੱਗਦਾ, ਗੁਰਦੁਆਰੇ ਵੀ ਜਾਈਦਾ, ਮਨ ਨਹੀਂ ਟਿਕਦਾ, ਮਨ ਨਹੀਂ ਟਿਕਦਾ। ਬਸ ਕਿਉਂ ਨਹੀਂ ਟਿਕਦਾ? ਅਸੀਂ ਕੀਰਤਨ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ, ਪਰੰਤੂ ਕੀਰਤਨ ਦੀ ਮਹਾਨਤਾ ਤੋਂ ਅਣਜਾਣ ਹਾਂ। ਨਾਮ ਜਪ ਰਹੇ ਹਾਂ, ਵਾਹਿਗੁਰੂ ਵਾਹਿਗੁਰੂ ਕਹੀ ਜਾ ਰਹੇ ਹਾਂ, ਪਰੰਤੂ ਸਾਧ ਸੰਗਤ ਇਹ ਮਹਾਨਤਾ ਤੋਂ ਅਣਜਾਣ। ਅੰਮ੍ਰਿਤ ਛਕ ਰਹੇ ਹਾਂ, ਪਰੰਤੂ ਅੰਮ੍ਰਿਤ ਦੀ ਮਹਾਨਤਾ ਤੋਂ ਅਣਜਾਣ। ਅੰਮ੍ਰਿਤ ਕੀ ਹੈ? ਜੇ ਸਾਨੂੰ ਪਤਾ ਹੋਵੇ ਅੰਮ੍ਰਿਤ ਕੀ ਹੈ, ਫਿਰ ਅੰਮ੍ਰਿਤ ਪੀ ਪੀ ਕੇ ਅਸੀਂ ਸ਼ਰਾਬਾਂ ਪੀਏ। ਜੇ ਪਤਾ ਹੋਵੇ ਸਿੱਖੀ ਦੀ ਕਿੰਨੀ ਕੁ ਮਹਾਨਤਾ ਹੈ, ਫਿਰ ਅੱਜ ਸਿੱਖ, ਕੱਲ੍ਹ ਨੂੰ ਫਿਰ ਕਸਿੱਖ, ਫਿਰ ਸਿੱਖ ਬਣ ਸਕਦੇ ਹੋ ਜੇ ਪਤਾ ਹੋਵੇ। ਜੇ ਸਾਨੂੰ ਸਾਧ ਸੰਗਤ ਇਹਨਾਂ ਕੇਸਾਂ ਦੀ ਮਹਾਨਤਾ ਦਾ ਪਤਾ ਹੋਵੇ, ਫਿਰ ਅਸੀਂ ਜਾ ਜਾ ਕੇ ਦੁਕਾਨਾਂ 'ਤੇ ਕਹੀਏ ਸਾਡੇ ਮੂੰਹ ਬਣਾ ਦਿਓ, ਕਹਿ ਸਕਦੇ ਹਾਂ? ਨਹੀਂ, ਕੇਸਾਂ ਦੀ ਮਹਾਨਤਾ ਦਾ ਸਾਧ ਸੰਗਤ ਪਤਾ ਭਾਈ ਤਾਰੂ ਸਿੰਘ ਨੂੰ ਸੀ। ਭਾਈ ਤਾਰੂ ਸਿੰਘ ਨੂੰ ਪਤਾ ਸੀ। ਅੱਜ ਅਸੀਂ ਸਿੱਖ ਜ਼ਰੂਰ ਹਾਂ, ਅੱਵਲ ਤਾਂ ਬਣਦੇ ਹੀ ਨਹੀਂ ਸਿੱਖ ਹਾਂ, ਪਰੰਤੂ ਸਿੱਖੀ ਦੀ ਮਹਿਮਾ ਤੋਂ ਅਣਜਾਣ ਹਾਂ। ਅੱਜ ਅਸੀਂ ਬਾਣੀ ਪੜ੍ਹਦੇ ਹਾਂ, ਅਖੰਡ ਪਾਠ, ਸਹਿਜ ਪਾਠ, ਕੀਰਤਨ ਬਹੁਤ ਹੋ ਰਹੇ ਨੇ, ਪਰੰਤੂ ਪਿਛਲੇ ਸਮਿਆਂ 'ਚ ਕਿਹਾ ਕਰਦੇ ਸੀ, ਕਹਿੰਦੇ ਵੀ ਪਿਛਲੇ ਸਮੇਂ 'ਚ ਕਹਿੰਦੇ ਗੁਰਦੁਆਰੇ ਹੁੰਦੇ ਸੀ ਕੱਚੇ ਅਤੇ ਸਿੱਖ ਹੁੰਦੇ ਸੀ ਬੜੇ ਪੱਕੇ, ਪਰੰਤੂ ਅੱਜ ਗੁਰਦੁਆਰੇ ਬਣ ਗਏ ਨੇ ਪੱਕੇ ਅਤੇ ਸਿੱਖ ਬਣ ਗਏ ਨੇ ਕੱਚੇ। ਕਿੰਨੇ ਕੱਚੇ ਨੇ? ਕਿੰਨੇ ਕੱਚੇ ਨੇ? ਮਾੜਾ ਜਿਹੀ ਹਲੂਣੇ ਦੀ ਦੇਰ ਹੈ, ਉਦੋਂ ਹੀ ਡੱਕ ਪੈਂਦੇ ਨੇ। ਬੋਲੋ ਸਤਿਨਾਮ। ਭੋਰਾ ਕਲੋੜਾ ਪੈਂਦੀ ਹੈ, ਭੋਰਾ ਬਹੁਤੀ ਜ਼ਿਆਦਾ ਨਹੀਂ। ਵਿਆਹ ਅਜੇ ਉਹ ਵਿਆਹ ਕਿਹੜਾ ਨਿਤ ਆਉਣੇ ਨੇ? ਅੰਮ੍ਰਿਤ ਫੇਰ ਛਕ ਲਾਂਗੇ। ਬੋਲੋ ਸਤਿਨਾਮ। ਕਮਾਲ ਹੈ, ਕਮਾਲ ਹੈ। ਅੱਜ ਸਿੱਖ ਨੂੰ ਮਾੜੇ ਜਿਹਾ ਕਿੰਨੇ ਪੱਕੇ ਸਿੱਖ ਨੇ। ਅੱਜ ਕੋਈ ਕਹਿ ਦੇਵੇ ਵੀ ਮੈਂ ਤੇਰਾ ਪ੍ਰਬੰਧ ਕਰਦਾ ਕੈਨੇਡਾ ਜਾਣ ਦਾ, ਤੂੰ ਆ ਕਿਰਪਾਨ ਜੀ ਲਾ ਕੇ ਰੱਖ ਦੇ ਕੀਲੇ 'ਤੇ ਟੰਗ ਦੇ। ਕਹੂਗਾ ਕਿਰਪਾਨ ਦੀ ਕਿਹੜੀ ਗੱਲ ਆ, ਤਾਂ ਮੈਂ ਹੁਣੇ ਮੈਂ ਮੂੰਹ ਬਣਾ ਕੇ ਫੋਟੋਆਂ ਲਵਾ ਲਿਆਉਣਾ। ਇਹ ਕਿਹੜੀ ਗੱਲ ਵੱਡੀ ਗੱਲ ਹੈ? ਅੱਜ ਸਿੱਖ ਕਿੰਨੇ ਪੱਕੇ ਬਣ ਗਏ ਨੇ। ਬੋਲੋ ਸਤਿਨਾਮ। ਪਤਾ ਕਿੰਨੇ ਪੱਕੇ ਨੇ? ਦੇਖ ਲਓ, ਵਿਚਾਰ ਕਰ ਲਓ। ਗੁਰੂ ਬਖਸ਼ਿਸ਼ ਕਰੇ, ਗੁਰੂ ਮਿਹਰ ਕਰੇ। ਅਸੀਂ ਬਾਣੀ ਪੜ੍ਹਦੇ ਹਾਂ, ਕੀਰਤਨ ਸੁਣਦੇ ਹਾਂ, ਸਾਧ ਸੰਗਤ, ਪਰੰਤੂ ਹੈ ਅਸੀਂ ਅਣਜਾਣ। ਸੋ ਅਸੀਂ ਸੁਣਦੇ ਸੀ ਗੁਰਦੇਵ ਕੀਰਤਨ ਕਰਦੇ, ਦੱਸਿਆ ਜਾਂਦਾ ਹੈ 3 ਮਹਾਰਾਜ ਜੀ ਸੱਚਖੰਡ, ਭਾਵੇਂ ਹੈ ਉਹ ਖੁਦ ਹੀ ਗੁਰੂ ਪਿਆਰਿਆਂ ਦਾ, ਗੁਰੂ ਦਾ, ਸਾਧ ਸੰਗਤ ਇਸ ਮਾਤ ਲੋਕ ਵਿੱਚ ਰਹਿੰਦਿਆਂ ਵੀ ਸੱਚਖੰਡ ਦੇ ਨਾਲ ਕਨੈਕਸ਼ਨ ਸਦਾ ਹੀ ਜੁੜਿਆ ਰਹਿੰਦਾ ਹੈ। ਪਰੰਤੂ ਗੁਰਬਾਣੀ ਦੇ ਵਿੱਚ 5 ਖੰਡ ਨੇ, ਜਿਹਦੇ ਵਿੱਚ ਇੱਕ ਸੱਚਖੰਡ ਵੀ ਦੱਸਿਆ ਹੈ। ਸੱਚਖੰਡ ਜਿਹੜਾ ਕਦੇ ਵੀ ਨਾਸ ਨਹੀਂ ਹੁੰਦਾ, ਤ੍ਰੈਕਾਲ ਆਬਾਦ ਹੈ। ਉਹਦੀ ਨਿਸ਼ਾਨੀ ਵਸਦਾ ਹੈ ਨਿਰੰਕਾਰ ਸੱਚਖੰਡ, ਵਸਦਾ ਸੱਚਖੰਡ ਵਸਦਾ ਹੈ ਨਿਰੰਕਾਰ ਸੱਚਖੰਡ, ਵਸਦਾ ਸੱਚਖੰਡ ਵਸਦਾ ਵਸਦਾ ਹੈ ਨਿਰੰਕਾਰ ਸੱਚਖੰਡ, ਵਸਦਾ ਸੱਚ
ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਪੰਜਾਂ ਖੰਡਾਂ ਦਾ ਵਰਣਨ ਹੈ ਸ੍ਰੀ ਜਪਜੀ ਸਾਹਿਬ ਦੇ ਅੰਦਰ, ਵਿਸਤਾਰ 'ਚ ਜਾਣ ਦਾ ਸਮਾਂ ਨਹੀਂ। ਸੱਚਖੰਡ ਨਿਰੰਕਾਰ, ਫਿਰ ਅਸੀਂ ਕਹਾਂਗੇ ਜੀ ਬਾਣੀ ਕਹਿੰਦੀ ਹੈ ਸਰਵ ਵਿਆਪਕ ਹੈ, ਸਾਰੀਆਂ ਜਗ੍ਹਾ ਹੀ ਹੈ ਰੱਬ, ਸਾਰੀਆਂ ਜਗ੍ਹਾ ਵੀ ਹੈ। ਆ ਸੂਰਜ ਆਕਾਸ਼ ਦੇ ਵਿੱਚ ਹੈ, ਪਰੰਤੂ ਉਹਦੀ ਰੋਸ਼ਨੀ ਇੱਥੇ ਆ ਰਹੀ ਹੈ, ਉਹਦੀਆਂ ਕਿਰਨਾਂ ਇੱਥੇ ਪਹੁੰਚ ਰਹੀਆਂ ਨੇ। ਇੱਕ ਦੇਸ਼ੀ ਹੁੰਦਾ ਹੋਇਆ ਸਾਧ ਸੰਗਤ ਸੂਰਜ ਸਰਵਦੇਸ਼ੀ ਹੈ। ਫਿਰ ਇਸੇ ਤਰ੍ਹਾਂ ਵਾਹਿਗੁਰੂ ਸਾਧ ਸੰਗਤ ਸੱਚਖੰਡ 'ਚ ਵਸਦਾ ਹੋਇਆ ਵਾਹਿਗੁਰੂ ਸਰਵ ਵਿਆਪਕ ਵੀ ਹੈ, ਸਰਵਦੇਸ਼ੀ ਵੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਸੱਚਖੰਡ ਜਾ ਰਹੇ ਨੇ। ਵਾਸਤਵ ਦੇ ਵਿੱਚ ਸਾਧ ਸੰਗਤ ਨਾਮ ਅਭਿਆਸੀ ਗੁਰਮੁਖਾਂ ਮਹਾਂਪੁਰਸ਼ਾਂ ਦੇ ਸਾਧ ਸੰਗਤ ਇਹ ਤਜਰਬਾ ਹੈ, ਕਿਉਂਕਿ ਬਾਣੀ ਸੱਤ ਹੈ ਵੀ ਇਹ ਇੱਕ ਸਿਰਫ ਅਵਸਥਾਵਾਂ ਹੀ ਨਹੀਂ ਹਨ, ਇਹ ਮੰਡਲ ਵੀ ਹਨ। ਇਹ ਪੰਜ ਖੰਡ ਇਹਨਾਂ ਦਾ ਕੋਈ ਸਰੂਪ ਵੀ ਹੈ, ਸੂਖਸ਼ਮ ਤੋਂ ਸੂਖਸ਼ਮ। ਸਤਿਪੁਰਸ਼ਾਂ ਨੇ ਸਾਧ ਸੰਗਤ ਕਿਤੇ ਕਿਤੇ ਇਹ ਗੱਲਾਂ ਸਾਧ ਸੰਗਤ ਕਮਾਈਆਂ ਦੀਆਂ ਨੇ। ਇਹ ਗੱਲਾਂ ਸਮਝਣ ਵਿੱਚ ਆਮ ਵੀ ਸਮਝਿਆ ਤੇ ਸਮਝਾਈਆਂ ਨਹੀਂ ਜਾ ਸਕਦੀਆਂ। ਸਾਧ ਸੰਗਤ ਇਹ ਬਾਣੀ ਦਾ ਓਟ ਆਸਰਾ ਲੈ ਕੇ ਹੀ ਗੁਰੂਦੇਵ ਨੇ ਬਾਣੀ ਦੇ ਵਿੱਚ ਹੀ ਸਾਧ ਸੰਗਤ ਨਿਰਣਾ ਕਰ ਦਿੱਤਾ। ਨਹੀਂ ਬੰਦੇ ਦੀ ਸਾਧ ਸੰਗਤ ਕੋਈ ਤਾਕਤ ਨਹੀਂ ਵਰਣਨ ਕਰਨਾ, ਕਿਉਂਕਿ ਦੁਨੀਆ ਦੇ ਵਿੱਚ ਪ੍ਰਮਾਣ ਮਿਲਦਾ ਹੀ ਨਹੀਂ ਕੋਈ ਹੈ। ਸੰਸਾਰ ਦੇ ਵਿੱਚ ਉਹਦੇ ਨਾਲ ਦਾ ਪ੍ਰਮਾਣ ਕੋਈ ਹੈ ਹੀ ਨਹੀਂ। ਸੰਸਾਰ ਦੇ ਵਿੱਚ ਦੁਨੀਆ 'ਚ ਕੀ ਪ੍ਰਮਾਣ ਹੈ ਹੀ ਨਹੀਂ। ਦੂਜਾ ਉਹਦੇ ਵਰਗਾ ਹੋ ਸਕਦਾ? ਨਹੀਂ ਹੋ ਸਕਦਾ, ਹੈ ਹੀ ਨਹੀਂ। ਸੋ ਕਿਉਂਕਿ ਕਿਸੇ ਵੀ ਚੀਜ਼ ਨੂੰ ਸਮਝਾਉਣ ਵਾਸਤੇ ਕੁਝ ਪ੍ਰਮਾਣ ਚਾਹੀਦੇ ਨੇ, ਪਰੰਤੂ ਦੁਨੀਆ ਵਿੱਚ ਸੰਸਾਰ ਵਿੱਚ ਉਹ 'ਚ ਕੋਈ ਪ੍ਰਮਾਣ ਨਹੀਂ ਹੈ ਜਿਹਦੇ ਨਾਲ ਸੱਚਖੰਡ ਦਾ ਵਰਣਨ ਕੀਤਾ ਜਾਏ, ਨਿਰੰਕਾਰ ਦਾ ਵਰਣਨ ਕੀਤਾ ਜਾਏ ਜਾਂ ਖੰਡਾਂ ਦਾ ਵਰਣਨ ਕੀਤਾ ਜਾਏ। ਇਹ ਗੱਲਾਂ ਸਾਧ ਸੰਗਤ ਸੋ ਖੈਰ ਗੁਰਦੇਵ ਸੱਚਖੰਡ ਜਾ ਰਹੇ ਨੇ, ਮਰਦਾਨਾ ਨਾਲ ਹੈ। ਸਾਧ ਸੰਗਤ ਜਨ ਸਾਖੀ ਪੜ੍ਹੋ, ਧਰੂ ਦਾ ਦੇਸ ਆਇਆ, ਪ੍ਰਹਿਲਾਦ ਦਾ ਦੇਸ ਆਇਆ, ਵੱਖਰੇ ਵੱਖਰੇ ਖੰਡ ਮੰਡਲ ਵੀ ਬਣੇ ਹੋਏ ਨੇ, ਧਰਮਰਾਜ ਦੀ ਪੁਰੀ ਬਣੀ ਹੋਈ ਹੈ, ਬਾਣੀ ਦੇ ਵਿੱਚ ਆਉਂਦਾ। ਮਰਦਾਨੇ ਨੂੰ ਕਹਿਣ ਲੱਗੇ ਮਹਾਰਾਜ ਜੀ ਹੁਣ ਅਸੀਂ ਚੱਲੇ ਹਾਂ, ਮਰਦਾਨਿਆਂ ਤੂੰ ਇੱਥੇ ਅਟਕ ਤੇ ਅਸੀਂ ਚੱਲੇ ਹਾਂ ਨਿਰੰਕਾਰ ਦੇ ਦੇਸ਼ ਸੱਚਖੰਡ। ਮਰਦਾਨੇ ਨੇ ਸਾਸਨ ਢੱਲਾ ਜਾ ਮੂੰਹ ਬਣਾ ਲਿਆ। ਮਹਾਰਾਜ ਕਹਿਣਗੇ ਗੁੱਸੇ ਆ? ਕਹਿੰਦਾ ਗੁੱਸੇ ਹੋਵਾਂ ਨਾ ਮਹਾਰਾਜ ਜੀ, ਸਤਿਗੁਰੂ ਜੀ ਗੁੱਸੇ ਹੋਵਾਂ ਨਾ? ਜੇ ਤਾਂ ਕੌਡੇ ਰਾਖਸ਼ ਦੇ ਜਾਣਾ ਹੋਵੇ ਫਿਰ ਤਾਂ ਮੈਨੂੰ ਮੂਹਰੇ ਕਰ ਦਿੰਦੇ ਹੋ, ਜੇ ਤਾਂ ਸੱਜਣ ਠੱਗ ਵਰਗਿਆਂ ਦੇ ਜਾਣਾ ਹੋਵੇ ਫਿਰ ਤਾਂ ਮੈਨੂੰ ਮੂਹਰੇ ਕਰ ਦਿੰਦੇ ਹੋ। ਅਜੇ 4 ਦਿਨ ਦੀ ਗੱਲ ਹੈ, ਮੈਨੂੰ ਭੇਡੂ ਬਣਾ ਲਿਆ ਸੀ ਤੇ ਉੱਥੇ ਤਾਂ ਮਰਦਾਨਾ ਮੂਹਰੇ। ਜੇ ਅੱਜ ਸੱਚਖੰਡ ਜਾਣਾ ਤਾਂ ਮਰਦਾਨਿਆਂ ਤੂੰ ਇੱਥੇ ਅਟਕ, ਅਸੀਂ ਆਪ ਹੀ ਜਾ ਕੇ ਆਉਂਦੇ ਹਾਂ। ਮਹਾਰਾਜ ਕਹਿਣਗੇ ਤੇਰੀ ਮਰਜ਼ੀ। ਫਿਰ ਗੁੱਸੇ ਕਰਨ ਉਹਨੇ ਤੈਨੂੰ ਨਾਲ ਲੈ ਚੱਲਦੇ ਆ, ਤੈਨੂੰ ਨਾਲ ਲੈ ਚੱਲਦੇ ਆ, ਪਰੰਤੂ ਇੱਕ ਗੱਲ ਸੀ ਇਸ ਕਰਕੇ ਤੈਨੂੰ ਅਸੀਂ ਨਾਲ ਨਹੀਂ ਲੈ ਕੇ ਗਏ, ਅੱਗੇ ਤੇਰੀ ਮਰਜ਼ੀ ਹੈ। ਮਰਦਾਨਾ ਕਹਿੰਦਾ ਦੱਸੋ? ਮਹਾਰਾਜ ਕਹਿਣ ਲੱਗੇ ਮਰਦਾਨਾ ਗੱਲ ਇਹ ਹੈ ਬਈ ਜੇ ਤੂੰ ਸੱਚਖੰਡ ਚਲਿਆ ਗਿਆ ਨਾ, ਨਿਰੰਕਾਰ ਨੇ ਕਹਿਣਾ ਹੈ ਵੀ ਕੀਰਤਨ ਸੁਣਾ, ਕੀਰਤਨ ਬੜਾ ਸੋਹਣਾ ਕਰਦਾ ਤੂੰ। ਕਹਿੰਦਾ ਫਿਰ ਮੈਂ ਸੁਣਾ ਦੂੰ, ਇਹ 'ਚ ਮੇਰਾ ਕਿਹੜਾ ਜ਼ੋਰ ਲੱਗਣਾ? ਅੱਗੇ ਨਹੀਂ ਮੈਂ ਕੀਰਤਨ ਸੁਣਾਉਂਦਾ, ਸਤਿਗੁਰੂ ਜੀ ਤੁਹਾਨੂੰ ਕੀਰਤਨ ਨਹੀਂ ਸੁਣਾਉਂਦਾ ਤੇ ਮੈਂ ਨਿਰੰਕਾਰ ਨੂੰ ਵੀ ਕੀਰਤਨ ਸੁਣਾ ਦੂੰ। ਮਹਾਰਾਜ ਕਹਿਣਗੇ ਸੁਣਾ ਤਾਂ ਦੇਂਗਾ ਮਰਦਾਨਿਆ, ਜਦੋਂ ਤੇਰਾ ਕੀਰਤਨ ਨਿਰੰਕਾਰ ਨੇ ਸੁਣਨਾ ਨਾ, ਨਿਰੰਕਾਰ ਨੇ ਤੇਰੇ ਕੀਰਤਨ ਤੇ ਮੋਹਿਤ ਹੋ ਜਾਣਾ ਹੈ। ਕਹਿੰਦਾ ਇਹ ਤਾਂ ਹੋਰ ਹੀ ਵਧੀਆ ਗੱਲ ਬਣ ਗਈ, ਤਾਂ ਬਹੁਤ ਵੱਡੀ ਗੱਲ ਬਣ ਗਈ। ਮਹਾਰਾਜ ਕਹਿਣਗੇ ਦੁੱਖ ਵੀ ਐਸੀ ਗੱਲ ਦਾ ਹੈ, ਨਿਰੰਕਾਰ ਨੇ ਮੋਹਿਤ ਹੋ ਜਾਣਾ ਹੈ ਤੇ ਨਿਰੰਕਾਰ ਨੇ ਕਹਿਣਾ ਮਰਦਾਨਿਆ ਤੂੰ ਸਾਡੇ ਕੋਲ ਹੀ ਰਿਹਾ ਕਰ, ਤੂੰ ਕੀਰਤਨ ਸੁਣਾਇਆ ਕਰ ਸਾਨੂੰ। ਮਹਾਰਾਜ ਕਹਿਣ ਲੱਗੇ ਮਰਦਾਨਿਆ ਨਿਰੰਕਾਰ ਨੇ ਤੈਨੂੰ ਆਪਣੇ ਕੋਲ ਹੀ ਰੱਖ ਲੈਣਾ ਤੇ ਅਸੀਂ ਕੀਰਤਨ ਕਿਤੋਂ ਸੁਣਿਆ ਕਰਾਂਗੇ? ਫਿਰ ਸਾਨੂੰ ਕੀਰਤਨ ਕੌਣ ਸੁਣਾਇਆ ਕਰੂਗਾ? ਬਾਕੀ ਦੇਖ ਲੈ ਤੇਰੀ ਮਰਜ਼ੀ ਹੈ। ਫਿਰ ਮਰਾਸਣ ਯਾਦ ਆਊਗੀ ਤੇਰੇ, ਫਿਰ ਨਿਆਣੇ ਯਾਦ ਆਉਣਗੇ। ਫਿਰ ਮਰਦਾਨਾ ਕਹਿੰਦਾ ਮਹਾਰਾਜ ਜੀ ਤੁਸੀਂ ਆਪੇ ਹੀ ਜਾਇਓ ਤੇ ਮੈਂ ਇੱਥੇ ਹੀ ਠੀਕ ਆ। ਫਿਰ ਤੁਸੀਂ ਆਪੇ ਹੀ ਸੱਚਖੰਡ ਜਾਇਓ, ਫਿਰ ਤਾਂ ਮੈਂ ਇੱਥੇ ਹੀ ਠੀਕ ਆ, ਗੱਲ ਤੁਹਾਡੀ ਠੀਕ ਹੈ। ਸੋ ਸਾਧ ਸੰਗਤ ਇਤਨੀ ਕੀਰਤਨ ਦੀ ਮਹਾਨਤਾ ਗੁਰਦੇਵ ਕਹਿ ਰਹੇ ਨੇ ਮਰਦਾਨਿਆਂ ਤੈਨੂੰ ਨਿਰੰਕਾਰ ਆਪਣੇ ਕੋਲ ਰੱਖ ਲਵੇਗਾ ਤੇ ਸਾਨੂੰ ਕੀਰਤਨ ਕੌਣ ਸੁਣਾਏਗਾ? ਅੱਜ ਗੁਰਦੇਵ ਪੰਜਵੇਂ ਗੁਰੂ ਨਾਨਕ ਸੱਤੇ ਬਲਵੰਡੇ ਨੂੰ ਲੈਣ ਵਾਸਤੇ ਆਪ ਖੁਦ ਤੁਰ ਪਏ ਨੇ। ਬੋਲੋ ਸਤਿਨਾਮ।
ਜਾ ਸੱਤੇ ਬਲਵੰਡੇ ਦਾ ਦਰਵਾਜ਼ਾ ਖੜਕਾਇਆ। ਹੰਕਾਰੀ ਪੁਰਸ਼ ਰੱਬ ਨੂੰ ਪਛਾਣ ਨਹੀਂ ਸਕਦਾ, ਗੁਰੂ ਨੂੰ ਪਛਾਣ ਨਹੀਂ ਸਕਦਾ। ਜਿਹਦੀਆਂ ਅੱਖਾਂ ਵਿੱਚ ਮੋਤੀਆ ਉਤਰਿਆ ਹੈ ਉਹ ਸੂਰਜ ਨੂੰ ਨਹੀਂ ਦੇਖ ਸਕਦਾ। ਜਿੱਥੇ ਅਗਿਆਨ ਦਾ ਮੋਤੀਆ ਉਤਰਿਆ ਹੈ ਉੱਥੇ ਗੁਰੂ ਦੀ ਪਛਾਣ, ਰੱਬ ਦੀ ਪਛਾਣ ਨਹੀਂ ਹੋ ਸਕਦੀ, ਭਾਵੇਂ ਸਾਹਮਣੇ ਕਿਉਂ ਨਾ ਹੋਵੇ। ਬੋਲੋ। ਅੱਜ ਸਤਿਗੁਰ ਸੱਚੇ ਪਾਤਸ਼ਾਹ ਦਰਵਾਜ਼ਾ ਖੜਕਾਉਂਦੇ ਨੇ ਤੇ ਆਵਾਜ਼ ਦਿੰਦੇ ਨੇ, ਭਾਈ ਸਤਾ, ਹੇ ਭਾਈ ਬਲਵੰਡ। ਅੱਗੋਂ ਸਾਧ ਸੰਗਤ ਮੰਜਿਆਂ ਤੋਂ ਉੱਠੇ ਨਹੀਂ, ਸਤਿਗੁਰੂ ਜੀ ਨੂੰ ਮੱਥਾ ਟੇਕਣ ਵਾਸਤੇ ਸਤਿਕਾਰ ਵਜੋਂ ਉੱਠੇ ਵੀ ਨਹੀਂ, ਬੈਠੇ ਰਹੇ। ਇੰਨੇ ਮਾੜੇ ਭਾਗ। ਗੁਰੂ ਘਰੇ ਆਇਆ ਹੋਵੇ, ਰੱਬ ਘਰੇ ਆਇਆ ਹੋਵੇ ਤੇ ਸਾਧ ਸੰਗਤ ਮੂੰਹ ਦੂਜੇ ਪਾਸੇ ਨੂੰ ਕਰੀ ਬੈਠੇ ਨੇ। ਪਰੰਤੂ ਸਤਿਗੁਰੂ ਜੀ ਦੀ ਨਿਰਮਾਨਤਾ, ਗਰੀਬੀ ਦੇ ਪੁੰਜ, ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਮਹਾਰਾਜ ਜੀ ਸ੍ਰੀ ਸੁਖਮਨੀ ਸਾਹਿਬ 'ਚ ਫਰਮਾਨ ਕਰਦੇ ਨੇ, ਨਿਰੰਕਾਰ ਹੈ ਅਕਾਲ ਪੁਰਖ, ਕਿਰਪਾ ਕਰਕੇ ਗੁਰੂ ਜੀ ਮੈਨੂੰ ਦੇ ਦਿਓ ਦਾਤ ਗਰੀਬੀ ਦੀ, ਕਿਰਪਾ ਕਰਕੇ ਗੁਰੂ ਜੀ ਮੈਨੂੰ ਦੇ ਦਿਓ ਦਾਤ ਗਰੀਬੀ ਦੀ, ਮੈਨੂੰ ਦੇ ਦਿਓ ਗੁਰੂ ਜੀ ਮੈਨੂੰ ਦੇ ਦਿਓ। ਗੁਰੂ ਜੀ ਮੈਨੂੰ ਦੇ ਦਿਓ, ਕਿਰਪਾ ਕਰਕੇ ਗੁਰੂ ਜੀ ਮੈਨੂੰ ਦੇ ਦਿਓ। ਗੁਰੂ ਨਾਨਕ ਸਾਰਿਆਂ ਤੋਂ ਵੱਡਾ ਹੈ। ਬੋਲੋ ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਹੈ ਨਾ ਸਭ ਤੋਂ ਵੱਡਾ, ਮੰਨਦੇ ਹੋ? ਕਿਉਂ ਵੱਡਾ ਹੈ? ਗੁਰੂ ਨਾਨਕ ਸਭ ਤੋਂ ਵੱਡਾ ਹੈ, ਬਾਣੀ ਦੱਸਦੀ ਹੈ। ਤੇ ਸਾਧ ਸੰਗਤ ਕਿਉਂ ਵੱਡਾ ਹੈ? ਉਹ ਸਾਰਿਆਂ ਨਾਲੋਂ ਨੀਵਾਂ ਬਣਦਾ। ਬੋਲੋ ਸਤਿਨਾਮ। ਨਾਮ ਸ੍ਰੀ ਸਾਰਿਆਂ ਤੋਂ ਨੀਵਾਂ ਗੁਰੂ ਨਾਨਕ ਬਣਿਆ, ਇਸ ਕਰਕੇ ਸਾਰਿਆਂ ਤੋਂ ਵੱਡਾ ਹੈ। ਬਾਬਾ ਸ੍ਰੀ ਚੰਦ ਜੀ ਗਏ, ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਕੀਤੇ। ਗੁਰੂ ਰਾਮਦਾਸ ਮਹਾਰਾਜ ਜੀ ਦਰਸ਼ਨਾਂ ਵਾਸਤੇ ਸਾਧ ਸੰਗਤ ਦਰਸ਼ਨ ਕਰਦੇ ਨੇ ਤੇ ਸਤਿਗੁਰੂ ਜੀ ਦਾ ਦਾੜਾ ਬੜਾ ਲੰਮਾ ਸੀ। ਸ੍ਰੀ ਚੰਦ ਜੀ ਪਰਖ ਕਰ ਰਹੇ ਨੇ। ਗੁਰੂ ਨਾਨਕ ਜੀ ਦੇ ਸਾਹਿਬਜ਼ਾਦੇ ਪੁੱਛਦੇ ਨੇ, ਰਾਮਦਾਸਾ ਦਾੜਾ ਇਤਨਾ ਲੰਮਾ ਕਿਉਂ ਵਧਾਇਆ ਹੈ? ਧੰਨ ਗੁਰੂ ਰਾਮਦਾਸ ਮਹਾਰਾਜ। ਬੋਲੋ ਧੰਨ ਗੁਰੂ ਰਾਮਦਾਸ ਮਹਾਰਾਜ। ਦਾੜਾ ਪਕੜ ਕੇ ਬਾਬਾ ਸ੍ਰੀ ਚੰਦ ਜੀ ਦੇ ਚਰਨ ਸਾਫ਼ ਕਰਨ ਲੱਗ ਪਏ। ਹੇ ਸਤਿਪੁਰਸ਼ੋ, ਹੇ ਮਹਾਂਪੁਰਸ਼ੋ, ਹੇ ਸਾਹਿਬਜ਼ਾਦਿਓ, ਆਪ ਜੀਆਂ ਦੇ ਚਰਨਾਂ ਨੂੰ ਸਾਫ਼ ਕਰਨ ਵਾਸਤੇ ਬਾਬਾ ਸ੍ਰੀ ਚੰਦ ਜੀ ਸਾਸ ਨੇਤਰਾਂ 'ਚ ਜਲ ਭਰ ਆਏ। ਧੰਨ ਮੱਥਾ ਟੇਕਿਆ, ਜੋਤ ਹੋਈ ਹੈ। ਅਸੀਂ ਪਰਖਦੇ ਸੀ, ਉਹੀ ਗੁਰੂ ਨਾਨਕ ਨੇ। ਇਸੀ ਤੌਰ ਘਰ ਲੂਟਿਓ ਹਮਾਰਾ, ਅਸੀਂ ਮਾਣ 'ਚ ਰਹਿ ਗਏ, ਅਸੀਂ ਹਉਮੈ 'ਚ ਰਹਿ ਗਏ। ਅਸੀਂ ਗੁਰੂ ਨਾਨਕ ਦੇ ਪੁੱਤਰ ਹਾਂ, ਅਸੀਂ ਲੁੱਟੇ ਗਏ। ਸਾਡਾ ਘਰ ਲੁੱਟ ਲਿਆ, ਭਾਈ ਲੈਣੇ ਨੇ ਲੁੱਟ ਲਿਆ, ਇਸ ਗਰੀਬੀ ਨੇ ਸਾਡਾ ਘਰ ਲੁੱਟ ਲਿਆ। ਬੋਲੋ ਸਤਿਨਾਮ। ਨਾਮ ਸ੍ਰੀ ਵਾਹਿਗੁਰੂ। ਇੱਥੇ ਜਿੰਨਾ ਕੋਈ ਨੀਵਾਂ ਹੋ ਕੇ ਆਉਂਦਾ ਹੈ ਉਨਾ ਹੀ ਉੱਚਾ ਹੋ ਕੇ ਜਾਂਦਾ ਹੈ। ਜਿੰਨਾ ਕੋਈ ਉੱਚਾ ਹੋ ਕੇ ਆਏਗਾ ਉਨਾ ਹੀ ਉਹ ਨੀਵਾਂ ਹੋ ਕੇ ਜਾਏਗਾ। ਬਾਬਾ ਸ੍ਰੀ ਚੰਦ ਜੀ ਕਹਿੰਦੇ ਨੇ, ਇਸੇ ਤੌਰ ਘਰ ਲੁੱਟਿਓ ਹਮਾਰਾ, ਇਸ ਤਰ੍ਹਾਂ ਹੀ ਅਸੀਂ ਲੁੱਟੇ ਗਏ। ਇਸੇ ਗਰੀਬੀ ਨੇ, ਭਾਈ ਲਹਿਣਾ ਜੀ ਨੇ, ਇਸੇ ਗਰੀਬੀ ਨੇ ਸਾਡਾ ਘਰ ਲੁੱਟ ਲਿਆ, ਗੁਰੂ ਨਾਨਕ ਦਾ ਘਰ ਲੁੱਟ ਲਿਆ। ਬੋਲੋ ਸਤਿਨਾਮ। ਅਸੀਂ ਖਾਲੀ ਰਹਿ ਗਏ, ਅਸੀਂ ਹਉਮੈ 'ਚ ਮਾਣ 'ਚ ਖਾਲੀ ਰਹਿ ਗਏ। ਸੋ ਖੈਰ ਆਓ, ਗਰੀਬੀ ਦੇ ਪੁੰਜ, ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਭਾਈ ਸਤਾ ਜੀ, ਬਲਵੰਡਾ ਜੀ, ਚਲੋ ਗੁੱਸਾ ਨਹੀਂ ਕਰੀਦਾ ਹੁੰਦਾ। ਉਹ ਕਹਿੰਦੇ ਤੁਸੀਂ ਸਾਡੇ ਨਾਲ ਧੋਖਾ ਕੀਤਾ। ਦੇਖੋ ਕਿਵੇਂ ਬੋਲਦੇ ਨੇ, ਸਤਿਗੁਰੂ ਜੀ ਨੂੰ ਬੋਲਦੇ ਨੇ, ਤੁਸੀਂ ਸਾਡੇ ਨਾਲ ਧੋਖਾ ਕੀਤਾ ਹੈ, ਤੁਸੀਂ ਕੋਈ ਪੈਸਾ ਚੜ੍ਹਨ ਨਹੀਂ ਦਿੱਤਾ। ਮਹਾਰਾਜ ਕਹਿਣਗੇ ਪੈਸੇ ਦੀ ਕੀ ਗੱਲ, ਮਾਇਆ ਦੀ ਕੀ ਗੱਲ, ਤੁਸੀਂ ਜਿੰਨੀ ਲੋੜ ਉਨੀ ਲੈ ਲਓ। ਕਹਿੰਦੇ ਬਸ ਸਾਤੋਂ ਨਹੀਂ ਕੀਰਤਨ ਹੁੰਦਾ, ਜੀ ਤੋਂ ਮਰਜ਼ੀ ਕਰਾ ਲਓ। ਹੌਲੀ ਹੌਲੀ ਸਾਸਨ ਬੋਲਦੇ ਗਏ, ਬਕਦੇ ਗਏ। ਆਖਰ ਸਾਸਨ ਇੱਥੇ ਪਹੁੰਚ ਗਏ, ਜੇ ਅਸੀਂ ਕੀਰਤਨ ਨਾ ਕਰੇ ਤੁਹਾਨੂੰ ਕੌਣ ਮੰਨੇਗਾ?
ਜੇ ਅਸੀਂ ਨਾ ਕੀਰਤਨ ਕਰੀਏ ਤੁਹਾਨੂੰ ਕੌਣ ਮੰਨੇਗਾ, ਤੁਹਾਨੂੰ ਕੌਣ ਮੱਥਾ ਟੇਕੇ? ਜੇ ਮਰਦਾਨਾ ਕੀਰਤਨ ਨਾ ਕਰਦਾ ਗੁਰੂ ਨਾਨਕ ਨੂੰ ਕੌਣ ਜਾਣਦਾ? ਬੋਲੋ ਸਤਿਨਾਮ। ਮਹਾਰਾਜ ਕਹਿਣ ਲੱਗੇ ਅੱਛਾ ਤੁਸੀਂ ਇੰਨੇ ਫਿੱਟ ਗਏ ਹੋ, ਅੱਜ ਤੁਸੀਂ ਗੁਰੂ ਨਾਨਕ ਦੀ ਨਿੰਦਾ ਵੀ ਕਰ ਸਕਦੇ ਹੋ? ਗੁਰਦੇਵ ਫਰਮਾਨ ਕਰਦੇ ਨੇ ਕੰਨ ਸੁਣ ਨਹੀਂ ਸਕਦੇ ਜੀ, ਸੁਣ ਨਹੀਂ ਸਕਦੇ ਜੀ, ਕੰਨ ਸੁਣ ਨਹੀਂ ਸਕਦੇ ਜੀ, ਸੁਣ ਨਾ ਸਕਦੇ ਜੀ, ਆਪਣੇ ਗੁਰਾਂ ਦੀ ਨਿੰਦਿਆ, ਆਪਣੇ ਗੁਰਾਂ ਦੀ ਨਿੰਦਿਆ, ਆਪਣੇ ਸਾਹਿਬ ਦੀ ਨਿੰਦਿਆ, ਆਪਣੇ ਸਾਹਿਬ ਦੀ ਨਿੰਦਿਆ, ਕੰਨ ਸੁਣ ਨਹੀਂ ਸਕਦੇ ਜੀ, ਸੁਣ ਨਹੀਂ ਸਕਦੇ ਜੀ, ਪਰ ਸਾਰੇ ਸੁਣ ਨਾ ਸਕਦੇ ਹੋ। ਗੁਰ ਕੀ ਨਿੰਦਾ ਸੁਣੇ ਨਾ ਕਾਨ, ਭੇਟ ਕਰੇ ਸੰਗ ਕਿਰਪਾ। ਸਤਿਗੁਰੂ ਜੀ ਕਹਿਣ ਲੱਗੇ ਉਹ ਸਤਿਆ ਬਲਵੰਡਿਆ, ਤੁਸੀਂ ਸਾਨੂੰ ਜੋ ਕੁਝ ਮਰਜ਼ੀ ਕਹਿ ਲੈਂਦੇ, ਸਾਨੂੰ ਕੋਈ ਗੁੱਸਾ ਨਹੀਂ, ਪਰੰਤੂ ਤੁਸੀਂ ਗੁਰਦੇਵ ਗੁਰੂ ਰਾਮਦਾਸ ਮਹਾਰਾਜ ਦੀ ਨਿੰਦਾ ਨਾ ਕਰਦੇ। ਤੁਸੀਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਨਿੰਦਾ ਵੀ ਕਰਨ ਲੱਗ ਪਏ ਹੋ, ਗੁਰੂ ਅੰਗਦ ਸਾਹਿਬ ਮਹਾਰਾਜ ਗੁਰੂ ਨਾਨਕ ਦੀ ਨਿੰਦਾ ਵੀ ਕਰਨ ਲੱਗ ਪਏ ਹੋ। ਇੱਥੋਂ ਪਤਾ ਲੱਗਦਾ ਤੁਸੀਂ ਫਟ ਗਏ ਹੋ, ਤੁਸੀਂ ਫਟ ਗਏ ਹੋ, ਹੰਕਾਰੀ ਹੋ ਗਏ ਹੋ, ਤੁਹਾਨੂੰ ਕੀਰਤਨ ਦਾ ਗੁਮਾਨ ਹੋ ਗਿਆ ਹੈ, ਮਾਨ ਹੋ ਗਿਆ। ਜਾਓ, ਜਿਸ ਜਵਾਨ ਦੇ ਨਾਲ ਗੁਰੂ ਨਾਨਕ ਦੀ ਨਿੰਦਾ ਕੀਤੀ ਹੈ ਉਹ ਜਵਾਨ ਦੇ ਵਿੱਚ ਕੀੜੇ ਪੈਣਗੇ, ਤੁਹਾਡੇ ਤੁਸੀਂ ਫਟ ਜਾਓਗੇ। ਸਤਿਗੁਰੂ ਜੀ ਨੇ ਹੁਕਮ ਕਰ ਦਿੱਤਾ, ਜਿਹੜਾ ਇਹਨਾਂ ਦੀ ਸਾਡੇ ਕੋਲੇ ਬੇਨਤੀ ਵੀ ਕਰੂ ਨਾ ਉਹਦਾ ਵੀ ਕਾਲਾ ਮੂੰਹ ਕਰਾਂਗੇ। ਸਾਡੇ ਕੋਲ ਕਿਸੇ ਨੇ ਬੇਨਤੀ ਨਹੀਂ ਕਰਨੀ ਇਹਨਾਂ ਦੀ, ਇਹਨਾਂ ਨੇ ਗੁਰੂ ਨਾਨਕ ਦੀ ਨਿੰਦਾ ਕੀਤੀ ਹੈ, ਸਾਡੇ ਕੰਨਾਂ ਦੇ ਵਿੱਚ ਗੁਰੂ ਨਾਨਕ ਦੀ ਨਿੰਦਾ ਪਾਈ ਹੈ। ਇੰਨਾ ਪਿਆਰ ਗੁਰੂ ਨਾਨਕ ਨਾਲ ਹੈ ਸਾਡਾ। ਗੁਰੂ ਨਾਨਕ ਦੀ ਨਿੰਦਾ। ਆ ਗਏ ਸਤਿਗੁਰੂ ਜੀ, ਆ ਗਏ, ਆ ਕੇ ਕਿਆ ਸਿੱਖੋ, ਤੁਸੀਂ ਕੀਰਤਨ ਕਰੋ। ਭਾਈ ਗੁਰਦਾਸ ਜੀ ਤੁਸੀਂ ਕੀਰਤਨ ਕਰੋ, ਬਾਬਾ ਬੁੱਢਾ ਜੀ ਤੁਸੀਂ ਕੀਰਤਨ ਕਰੋ। ਕਹਿਣਗੇ ਬੇਨਤੀ ਕਰਨਗੇ ਪਾਤਸ਼ਾਹ ਸਾਨੂੰ ਕਿਤੇ ਰਾਗ ਵਿਦਿਆ ਆਉਂਦੀ ਹੈ, ਸਾਨੂੰ ਕਿਤੇ ਕੀਰਤਨ ਆਉਂਦਾ ਹੈ। ਮਹਾਰਾਜ ਕਹਿਣ ਲੱਗੇ ਆਏਗਾ, ਗੁਰੂ ਨਾਨਕ ਦੀ ਬਖਸ਼ਿਸ਼ ਆਏਗਾ, ਤੁਸੀਂ ਕੀਰਤਨ ਕਰੋ, ਪੜੋ ਸਾਜ਼। ਮਰਦਾਨੇ ਨੂੰ ਕੀਰਤਨ ਦੀ ਦਾਤ ਕਿਹਨੇ ਬਖਸ਼ੀ ਸੀ? ਮਰਦਾਨਾ ਕੀ ਜਾਣਦਾ ਸੀ ਰਬਾਬ ਵਜਾਉਣੀ? ਅੱਜ ਗੁਰਦੇਵ ਕਹਿ ਰਹੇ ਨੇ ਕੀਰਤਨ ਕਰੋ। ਫਿਰ ਸਾਧ ਸੰਗਤ ਭਾਈ ਗੁਰਦਾਸ ਜੀ ਨੇ ਪਕੜੇ ਸਾਧ ਸੰਗਤ ਸਾਜ, ਬਾਬਾ ਬੁੱਢਾ ਜੀ ਨੇ ਪਕੜੇ ਸਾਜ, ਫਿਰ ਸਾਧ ਸੰਗਤ ਸਿੱਧਾ ਕੀਰਤਨ ਸ਼ੁਰੂ ਕੀਤਾ। ਬੋਲੋ ਸਤਿਨਾਮ। ਮਹਾਰਾਜ ਕਹਿੰਦੇ ਕਿ ਜਿਹਾ ਜਿਹਾ ਆਉਂਦਾ ਉਹ ਜਿਹਾ ਹੀ ਕਰੋ, ਜਿਸ ਤਰ੍ਹਾਂ ਪੜ੍ਹ ਸਕਦੇ ਹੋ ਉਸ ਤਰ੍ਹਾਂ ਹੀ ਪੜ੍ਹੋ। ਗੁਰੂ ਨੂੰ ਪਿਆਰ ਪ੍ਰਵਾਨ ਹੈ, ਸਭ ਨਾਲੋਂ ਵੱਡਾ ਪ੍ਰੇਮ ਪ੍ਰਵਾਨ ਹੈ। ਨਿਰਾ ਰਾਗ ਤੇ ਨਹੀਂ ਭਜਦਾ, ਨਾ ਭੀਜੈ ਰਾਗੀ ਨਾਦੀ ਵੇਦੀ ਬਹੁ ਭਾਂਤ ਕਰ। ਜੇ ਰਾਗ ਤੇ ਨਿਰਾ ਰਾਗ ਤੇ ਭਿੱਜਦਾ ਤਾਂ ਮਰਦਾਨੇ ਨੂੰ ਗੁਰਗੱਦੀ ਮਿਲਣੀ ਸੀ। ਉਹ ਪ੍ਰੇਮ ਦਾ ਭੁੱਖਾ ਹੈ। ਫਿਰ ਸਾਧ ਸੰਗਤ ਸ਼ਬਦ ਪੜ੍ਹਨੇ ਸ਼ੁਰੂ ਕੀਤੇ। ਭਾਈ ਗੁਰਦਾਸ ਜੀ ਨੇ ਸਿੱਧੇ ਸ਼ਬਦ, ਮਹਾਰਾਜ ਕਹਿੰਦੇ ਜਿਵੇਂ ਪੜ੍ਹੋ ਉਵੇਂ ਪੜ੍ਹੋ। ਅੱਜ ਤੋਂ ਕੀਰਤਨ ਦੀ ਦਾਤ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੀ। ਬੋਲੋ ਸਤਨਾਮ ਸ੍ਰੀ ਵਾਹਿਗੁਰੂ।
ਸੋ ਸਾਧ ਸੰਗਤ ਇਹ ਹੈ ਬਿਮਾਰੀ, ਇਹ ਬਹੁਤ ਵੱਡਾ ਰੋਗ ਹੈ। ਆਖਰ ਸੱਤੇ ਬਲਵੰਡੇ ਨੂੰ ਸਾਧ ਸੰਗਤ ਉਹ ਦਸ਼ਾ ਹੋ ਗਈ ਜੋ ਸਤਿਗੁਰਾਂ ਦੇ ਵਚਨ ਸਨ, ਤਤਸ਼ਿਨੀ ਹੋ ਗਏ, ਸਾਧ ਸੰਗਤ ਫਟ ਗਏ। ਹੁਣ ਕਿੱਥੇ ਦਾ ਸੱਤਾ ਜੀ ਬਲਵੰਡਾ ਜੀ ਹੁੰਦੀ ਸੀ, ਹੁਣ ਸਾਧ ਸੰਗਤ ਉਹਨਾਂ ਦੇ ਮੂੰਹ ਵੀ ਨਹੀਂ ਕੋਈ ਦੇਖਣਾ ਚਾਹੁੰਦਾ। ਜੋ ਕਿ ਇੱਧਰੋਂ ਆਉਂਦੇ ਨੇ ਤਾਂ ਸਿੱਖ ਦੂਜੇ ਪਾਸੇ ਨੂੰ ਮੁੜ ਜਾਂਦੇ ਨੇ, ਸੰਗਤਾਂ ਦੂਜੇ ਪਾਸੇ ਨੂੰ ਮੁੜ ਜਾਂਦੀਆਂ ਨੇ। ਥੋੜੇ ਦਿਨਾਂ ਵਿੱਚ ਸਾਧ ਸੰਗਤ ਹਉਮੈ ਦਾ ਇਹ ਅਫਾਰਾ ਜਾ ਉਤਰ ਗਿਆ। ਹੋਰ ਸੋਢੀਆਂ ਕੋਲ ਵੀ ਗਏ, ਹੁਣ ਉੱਥੇ ਸਾਧ ਸੰਗਤ ਕਿਹੜਾ ਪੁੱਛੇ। ਜਿੱਥੇ ਗੁਰੂ ਦੀ ਨਜ਼ਰ ਹੀ ਨਹੀਂ ਹੈ, ਸਾਧ ਸੰਗਤ ਕੋਈ ਨਹੀਂ ਪੁੱਛਦਾ। ਜਿੱਥੇ ਨਜ਼ਰ ਹੈ ਉੱਥੇ ਵਿਗੜਦਾ ਕੱਖ ਨਹੀਂ। ਬੋਲੋ ਸਤਿਨਾਮ। ਜਾਮ ਗੁਰੂ ਹੋਏ ਵੱਲ ਲੱਖ ਬਾਹੀਂ ਕਿਆ ਕੀਜੈ, ਜਾਮ ਗੁਰੂ ਹੋਏ ਵੱਲ ਤਨਾ ਕਿਆ ਗਰਭ ਦੀਜੈ। ਜਿੱਥੇ ਗੁਰੂ ਵੱਲ ਹੋ ਜਾਏ, ਜਿੱਥੇ ਗੁਰੂ ਦੀ ਨਜ਼ਰ ਸਾਧ ਸੰਗਤ ਸਬੱਲੀ ਹੈ, ਉੱਥੇ ਸਭ ਕੁਝ ਹੈ। ਜਿੱਥੇ ਗੁਰੂ ਦੀ ਨਜ਼ਰ ਨਹੀਂ ਸਾਧ ਸੰਗਤ, ਅੱਜ ਗੁਰੂ ਦੀ ਨਜ਼ਰ ਉੱਠ ਗਈ, ਇਹ ਗੁਰੂ ਦੀ ਨਿੰਦਾ ਕਰ ਬੈਠੇ। ਸਾਧ ਉਹਨਾਂ ਦੀ ਹਾਲਤ ਕੀ ਹੋਈ, ਕੀ ਹੋਵੇਗੀ ਉਹਨਾਂ ਦੀ ਦਸ਼ਾ ਪਰਲੋਕ ਵਿੱਚ। ਜਿਹੜੇ ਸਾਧ ਬਾਣੀ ਦੀ ਨਿੰਦਾ ਕਰਦੇ ਨੇ, ਜਿਹੜੇ ਗੁਰੂ ਘਰ ਦੀ ਨਿੰਦਾ ਕਰਦੇ ਨੇ, ਉਹਨਾਂ ਦੀ ਹਾਲਤ ਕੀ ਹੋਏਗੀ। ਇਹੋ ਜਿਹੀ ਹੁੰਦੀ ਹੈ ਜੇ ਜੀ ਸੱਤੇ ਬਲਵੰਡੇ ਦੀ ਹੋਈ ਹੈ। ਬੋਲੋ ਸਤਿਨਾਮ। ਉਹ ਕਦਾਚਿਤ ਨਹੀਂ ਤਰ ਸਕਦੇ ਗੁਰੂ ਘਰ ਦੀ ਨਿੰਦਾ ਕਰਨ ਵਾਲੇ, ਗੁਰੂ ਗ੍ਰੰਥ ਸਾਹਿਬ ਦੀ ਨਿੰਦਾ ਕਰਨ ਵਾਲੇ, ਬਾਣੀ ਦੀ ਨਿੰਦਾ ਕਰਨ ਵਾਲੇ, ਸੰਗਤ ਦੀ ਨਿੰਦਾ ਕਰਨ ਵਾਲੇ, ਗੁਰੂ ਘਰ ਦੀ ਨਿੰਦਾ ਕਰਨ ਵਾਲੇ ਬਖਸ਼ੇ ਜਾਣਗੇ, ਬਖਸ਼ੇ ਜਾਣਗੇ। ਸੱਤੇ ਬਲਵੰਡੇ ਨੂੰ ਤਾਂ ਬਖਸ਼ੇ ਨਹੀਂ ਗਏ ਤੇ ਅਸੀਂ ਬਖਸ਼ੇ ਜਾਵਾਂਗੇ। ਕਦਾਚਿਤ ਵੀ ਗੁਰੂ ਘਰ ਦੀ ਨਿੰਦਾ ਨਾ ਕਰਨੀ ਹੈ ਤੇ ਨਾ ਸੁਣਨੀ ਹੈ। ਕਦੇ ਨਹੀਂ ਕਰਨੀ, ਕਦੇ ਨਹੀਂ ਸੁਣਨੀ। ਬਾਣੀ ਦੀ ਨਿੰਦਾ, ਗੁਰੂ ਸਾਹਿਬ ਦੀ ਨਿੰਦਾ, ਗੁਰੂ ਘਰ ਦੀ ਨਿੰਦਾ ਕਦੇ ਨਾ ਸੁਣੋ, ਨਾ ਕਦੇ ਕਰੋ ਤੇ ਨਾ ਕਦੇ ਸੁਣੋ। ਸੋ ਹੁਣ ਫਿਰਦੇ ਨੇ ਮਾਰੇ, ਕਦੇ ਕਿਸੇ ਸਿੱਖ ਕੋਲੇ, ਕਦੇ ਕਿਸੇ ਸਿੱਖ ਕੋਲੇ। ਸਿੱਖ ਕਹਿੰਦੇ ਨੇ ਅਸੀਂ ਕਾਲਾ ਮੂੰਹ ਕਰਾਉਣਾ, ਤੁਹਾਨੂੰ ਨਹੀਂ ਲੋੜ ਹੈ ਜਾਣ ਦੀ, ਤੁਸੀਂ ਤਾਂ ਫਿੱਟ ਗਏ ਹੋ, ਦਰਕਾਰੇ ਗਏ ਹੋ ਗੁਰੂ ਘਰ ਵੱਲੋਂ। ਅਸੀਂ ਨਹੀਂ, ਸਾਧ ਸੰਗਤ ਕੋਈ ਮੂੰਹ ਹੀ ਨਹੀਂ ਲਾਉਂਦਾ। ਇਤਿਹਾਸ ਬੜਾ ਲੰਮਾ ਹੈ, ਸਾਧ ਸੰਗਤ ਅਗਲੀ ਵਿਚਾਰ ਅਗਲੇ ਸਮੇਂ 'ਚ ਕਰਾਂਗੇ। ਸੋ ਇਹ ਹਉਮੈ ਦਾ ਦੀਰਘ ਰੋਗ ਹੈ, ਦੀਰਘ ਬਹੁਤ ਵੱਡਾ ਰੋਗ ਹੈ, ਬੜੀ ਵੱਡੀ ਬਿਮਾਰੀ ਹੈ। ਤੇ ਗੁਰੂ ਦੀ ਕਿਰਪਾ ਨਾਲ ਇਹ ਬਖਸ਼ ਸਾਧ ਸੰਗਤ ਇਹ ਤੋਂ ਬਚਿਆ ਜਾ ਸਕਦਾ। ਦਾਰੂ ਪੀ ਸਮਾਹੇ ਕਹਿੰਦੇ ਦਾਰੂ ਵੀ ਹੈ, ਜੇ ਐਡਾ ਵੱਡਾ ਰੋਗ ਹੈ ਦਵਾਈ ਹੈਗੀ, ਜੋ ਕੋਈ ਵਰਤ ਲਵੇ ਤਾਂ ਹੈਗੀ ਦਵਾਈ। ਇਹ ਨਹੀਂ ਵੀ ਲਾ ਇਲਾਜ ਬਿਮਾਰੀ ਨਹੀਂ ਹੈ, ਵੀ ਇਹਦਾ ਇਲਾਜ ਨਹੀਂ ਹੋਏਗਾ। ਬਹੁਤ ਸਾਰੀਆਂ ਬਿਮਾਰੀਆਂ ਇਹੋ ਜਿਹੀਆਂ ਨੇ ਸਾਧ ਸੰਗਤ ਜਿਨ੍ਹਾਂ ਦਾ ਡਾਕਟਰਾਂ ਕੋਲ ਕੋਈ ਇਲਾਜ ਨਹੀਂ। ਇੱਕ ਸਾਧ ਸੰਗਤ ਬਿਮਾਰੀ ਨਿਕਲਦੀ ਹੈ ਤੇ ਡਾਕਟਰ ਮਸਾਂ ਇਲਾਜ ਲੱਭਦੇ ਨੇ, ਕੋਈ ਹੋਰ ਬਿਮਾਰੀ ਨਿਕਲ ਆਉਂਦੀ ਹੈ, ਕੋਈ ਹੋਰ ਬਿਮਾਰੀ ਨਿਕਲ ਆਉਂਦੀ ਹੈ। ਪਰੰਤੂ ਸਾਧ ਸੰਗਤ ਗੁਰੂ ਘਰ ਦੇ ਅੰਦਰ ਸਭ ਕੁਛ ਹੈ। ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਹੈ ਸਭ ਕੁਛ, ਹੈ ਸਮਰੱਥ ਸਭਨਾਂ ਗੱਲਾਂ ਸਮਰੱਥ ਸੁਆਮੀ। ਸੁਣਿਆ ਸੀ ਨਾ, ਐਡਾ ਵੱਡਾ ਦਾਤਾ ਉਹਨੂੰ ਮਨੂੰ ਕਿਉਂ ਵਸਾਰਿਆ, ਐਡਾ ਵੱਡਾ ਦਾਤਾ ਉਹਨੂੰ ਮਨੂੰ ਕਿਉਂ ਵਸਾਰਿਆ। ਐਡਾ ਵੱਡਾ ਦਾਤਾ ਉਹਨੂੰ ਮਨੂੰ ਕਿਉਂ ਵਸਾਰਿਆ। ਸੋ ਕਿਉਂ ਮਨੋਂ ਵਸਾਰੇ, ਮਨੋਂ ਕਿਉਂ ਵਸਾਰੇ। ਇਹ ਵੱਡਾ ਦਾਤਾ ਐਡਾ ਵੱਡਾ, ਜੇ ਅਗਨ ਮੈਂ ਆਹਾਰ ਪਹੁੰਚਾਵੇ, ਸਭਨਾਂ ਗੱਲਾਂ ਸਮਰੱਥ ਸੁਆਮੀ। ਸੋ ਕਿਉਂ ਮਨੋਂ, ਪਰੰਤੂ ਮਿਲਦਾ ਸਾਧ ਸੰਗਤ ਮੰਗਤਾ ਬਣ ਕੇ, ਭਿਖਾਰੀ ਬਣ ਕੇ। ਹੈ ਤਾਂ ਸਭ ਕੁਛ, ਪਰੰਤੂ ਮੰਗਣ ਵਾਲਾ ਤਾਂ ਚਾਹੀਦਾ ਨਾ, ਲੈਣ ਵਾਲਾ ਤਾਂ ਬਣਨਾ ਹੀ ਪਏਗਾ ਨਾ। ਗੁਰੂ ਜੀ ਨੇ ਆਖਿਆ ਸੀ ਆ ਭਾਈ ਲੈਣਾ, ਤੇਰਾ ਨਾਂ ਕੀ? ਕਹਿੰਦੇ ਜੀ ਲੈਣਾ। ਸਤਿਗੁਰੂ ਜੀ ਕਹਿਣਗੇ ਅਸੀਂ ਤੇਰਾ ਦੇਣਾ ਹੈ, ਤੂੰ ਲੈਣਾ ਤੇ ਅਸੀਂ ਦੇਣਾ। ਲੈਣ ਵਾਲਾ ਤਾਂ ਬਣਨਾ ਪਏਗਾ ਨਾ। ਉਹ ਦਾਤਾ ਕਿੱਡਾ ਵੱਡਾ,
ਦਿਨ ਦਾਦੇ ਲੈਂਦੇ ਥੱਕ ਪਾ। ਅਸੀਂ ਕਹਿੰਦੇ ਜੀ ਅਸੀਂ ਤਾਂ ਇੰਨਾ ਚਿਰ ਹੋ ਗਿਆ ਸੇਵਾ ਕਰਦੇ ਹਾਂ, ਇੰਨਾ ਚਿਰ ਹੋ ਗਿਆ ਗੁਰਦੁਆਰੇ ਜਾਂ ਸਾਨੂੰ ਤਾਂ ਕੁਝ ਨਹੀਂ ਮਿਲਿਆ। ਬੋਲੋ ਸਤਿਨਾਮ, ਕਮਾਲ ਦੀ ਗੱਲ ਆ, ਸਾਨੂੰ ਤਾਂ ਕੁਝ ਨਹੀਂ ਮਿਲਿਆ। ਜੇ ਗੁਰੂ ਘਰ ਚੋਂ ਨਹੀਂ ਕੁਝ ਮਿਲਿਆ ਫਿਰ ਹੋਰ ਕਿਤੋਂ ਨਹੀਂ ਮਿਲ ਸਕੇਗਾ। ਜੇ ਅਸੀਂ ਇੱਥੋਂ ਖਾਲੀ ਰਹਿ ਗਏ, ਗੁਰੂ ਨਾਨਕ ਦੇ ਦਰ ਤੋਂ ਵੀ ਖਾਲੀ ਤੁਰ ਗਏ, ਤਾਂ ਕਿਤੇ ਝੋਲੀ ਨਹੀਂ ਭਰ ਸਕੇਗੀ। ਬੋਲੋ ਨਾਮ ਸ੍ਰੀ ਵਾਹਿਗੁਰੂ। ਪਰੰਤੂ ਅਸੀਂ ਲੈਣ ਵਾਲੇ ਨਹੀਂ ਬਣਦੇ। ਉਹ ਤਾਂ ਬਹੁਤ ਵੱਡਾ ਦਾਤਾ ਹੈ, ਐਡਾ ਵੱਡਾ ਦਾਤਾ ਹੈ, ਦਾਤਾਂ ਦੇ ਹੀ ਤੁਰਿਆ ਜਾ ਰਿਹਾ ਬਿਨਾਂ ਹੀ ਮੰਗੇ ਤੋਂ। ਅਣ ਮੰਗਿਆ ਦਾਨ ਦੇਵਨਾ ਸਭਨਾ ਹਾਂ ਜੀਆਂ। ਜਿਹੜੀ ਮੰਗਣ ਵਾਲੀ ਗੱਲ ਹੈ, ਪਰੰਤੂ ਉਹ ਮੰਗਦੇ ਹੀ ਨਹੀਂ। ਅਸੀਂ ਦਾਤਾਂ ਚ ਰੁੱਝ ਜਾਂਦੇ ਹਾਂ, ਦਾਤੇ ਤੋਂ ਦਾਤੇ ਨੂੰ ਨਹੀਂ ਮੰਗਦੇ। ਦਾਤੇ ਨਾਲ ਸਾਡਾ ਪਿਆਰ ਨਹੀਂ, ਦਾਤਾਂ ਨਾਲ ਪਿਆਰ ਹੈ। ਸੋ ਖੈਰ ਆਓ, ਆਪ ਸਰਵਣ ਕਰ ਰਹੇ ਸੀ। ਅਫਲਾਤੂ ਕਹਿਣ ਲੱਗਾ, ਹੇ ਪੁੱਤਰ ਸਿਕੰਦਰ, ਉਹ ਜਿਹੜਾ ਦੁਸ਼ਮਣ ਹੈ ਨਾ, ਉਹ ਤੇਰੇ ਅੰਦਰ ਹੀ ਰਹਿੰਦਾ ਹੈ, ਅੰਦਰ ਹੀ। ਆਉਣ ਲੋਕ ਅੰਦਰ ਹੀ, ਮੈਨੂੰ ਦੱਸੋ ਕਿਹੜਾ ਦੁਸ਼ਮਣ ਹੈ ਜਿਹੜਾ ਮੇਰਾ ਅੰਦਰ ਹੀ ਰਹਿ ਰਿਹਾ, ਮੇਰੇ ਕੋਲ ਹੀ ਰਹਿ ਰਿਹਾ। ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਸਾਡੇ ਅੰਦਰ ਨੇ, ਅੰਦਰ, ਬਾਹਰੋਂ ਨਹੀਂ ਆਉਂਦੇ। ਅੰਦਰ ਨੇ, ਮਨ ਬਾਹਰ ਨਹੀਂ, ਮਨ ਵੀ ਅੰਦਰ ਹੈ। ਕਹਿਣ ਲੱਗਾ ਮੈਨੂੰ ਦੱਸੋ ਤਾਂ ਸਹੀ, ਮੈਂ ਹੁਣੇ ਚੜ੍ਹਾਈ ਕਰਦਾ, ਮੈਂ ਤਾਂ ਹੁਣੇ ਹੀ ਖਤਮ ਕਰ ਦੂੰ, ਮੈਨੂੰ ਦੱਸੋ ਤਾਂ ਸਹੀ। ਕਹਿਣ ਲੱਗਾ ਸਿਕੰਦਰ ਦਾ ਗੁਰੂ, ਉਹ ਐਵੇਂ ਨਹੀਂ ਮਾਰਿਆ ਜਾਣਾ ਗੱਲਾਂ ਬਾਤਾਂ ਦੇ ਨਾਲ। ਚਤਰੰਗੀ ਸੈਨਾ ਦੀ ਉੱਥੇ ਲੋੜ ਨਹੀਂ ਹੈ। ਉਹ ਗੁਰੂ ਦੇ ਗਿਆਨ ਰੂਪੀ ਸ਼ਸਤਰ ਦੇ ਨਾਲ ਖਤਮ ਕੀਤਾ ਜਾਏਗਾ। ਸੁਣਿਆ ਸੀ ਨਾ ਕੱਲ, ਮਨ ਕਿਵੇਂ ਪਕੜਿਆ ਜਾਏਗਾ, ਮਨ ਕਿਵੇਂ ਖਤਮ ਕੀਤਾ ਜਾਏਗਾ। ਕਾਢ ਖੜਗ ਗੁਰ ਗਿਆਨ ਕਰਾਰਾ, ਵਿਖ ਛੇਦ ਛੇਦ ਰਸ ਪੀਜਾ ਰੇ। ਮਨ ਨੂੰ ਫੜਨ ਦੀ ਜੁਗਤੀ, ਮਨ ਨੂੰ ਕਾਬੂ ਕਰਨ ਦੀ ਜੁਗਤੀ ਕੱਲ ਸੁਣੀ ਸੀ ਕਿ ਨਹੀਂ? ਮਨ ਕਿਸੇ ਦੇ ਕਾਬੂ 'ਚ ਨਹੀਂ ਸੁਣਿਆ ਹੈ, ਮਨ ਦੇ ਅਧੀਨ ਸਾਰੇ ਹੀ ਨੇ। ਕੋਈ ਸਾਧ ਸੰਤ ਵਿਰਲਾ ਹੀ ਹੈ ਜਿਹੜਾ ਗੁਰੂ ਦੇ ਸ਼ਬਦ ਦੁਆਰਾ ਮਨ ਨੂੰ ਆਪਣੇ ਅਧੀਨ ਕਰ ਲਵੇ। ਪਰ ਜੁਗਤੀ ਨਾਲ ਹੁੰਦਾ ਗੱਲ, ਜੁਗਤੀ ਨਾਲ ਬਣਦੀ ਹੈ, ਤਰੀਕੇ ਨਾਲ ਬਣਦੀ ਹੈ। ਤਰੀਕਾ ਬਾਣੀ ਦੱਸਦੀ ਹੈ, ਤਰੀਕਾ ਗੁਰੂ ਦੱਸਦਾ। ਸ਼ਬਦ ਤੋਂ ਬਿਨਾਂ ਸਾਧ ਮਨ ਕਾਬੂ 'ਚ ਨਹੀਂ ਆ ਸਕਦਾ। ਸੋ ਅਗਲੀ ਵਿਚਾਰ ਅਗਲੇ ਸਮੇਂ 'ਚ ਕਰਾਂਗੇ। ਸਮੇਂ ਸਿਰ ਪਹੁੰਚ ਕੇ ਲਾਭ ਉਠਾਓ। ਅਤੇ ਬਾਕੀ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਣੇ ਨਿੱਜ ਸਥਾਨਾਂ ਨੂੰ ਨਹੀਂ ਚਲੇ ਜਾਂਦੇ, ਉਦੋਂ ਤੱਕ ਸਾਨੂੰ ਪਿੱਠ ਦੇ ਕੇ ਜਾਣਾ ਨਹੀਂ ਬਣਦਾ। ਜਿਨ ਭੈ ਬਾਣੀ ਅਦਬ ਨਾ ਧਾਰਾ, ਸੋ ਜਾਣੋ ਸਿੱਖ ਨਹੀਂ ਹਮਾਰਾ। ਜੇ ਅਸੀਂ ਸੰਗਤ ਵਿੱਚ ਆ ਕੇ ਬਾਣੀ ਦਾ ਅਦਬ ਕਰਨਾ ਹੀ ਨਹੀਂ ਸਿੱਖਿਆ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਕਾਰ ਕਰਨਾ ਹੀ ਨਹੀਂ ਸਿੱਖਿਆ, ਫਿਰ ਅਸੀਂ ਇੱਥੇ ਆ ਕੇ ਕੀ ਸਿੱਖਿਆ? ਕੀ ਸਿੱਖਿਆ ਫਿਰ ਸਿੱਖ ਮਹਾਰਾਜ ਤਾਂ ਕਹਿੰਦੇ ਉਹ ਸਿੱਖ ਹੀ ਨਹੀਂ ਹੋ ਸਕਦਾ ਜਿਹੜਾ ਬਾਣੀ ਦਾ ਸਤਿਕਾਰ ਕਰਨਾ, ਆਦਬ ਕਰਨਾ ਨਹੀਂ ਜਾਣਦਾ। ਗੁਰੂ ਦਾ ਕੋਈ ਭੈ ਨਹੀਂ, ਗੁਰੂ ਦਾ ਕੋਈ ਡਰ ਨਹੀਂ, ਉਹ ਸਿੱਖ ਸਾਡਾ ਨਹੀਂ ਹੈ, ਉਹ ਸਿੱਖ ਨਹੀਂ ਹੋ ਸਕਦਾ। ਜਿਨ ਪੈ ਬਾਣੀ ਅਦਬ ਨਾ ਧਾਰਾ, ਸੋ ਜਾਣੋ ਸਿੱਖ ਨਹੀਂ ਹਮਾਰਾ, ਉਹ ਨਹੀਂ ਸਾਡਾ ਸਿੱਖ ਹੈ। ਸੋ ਜਿੰਨਾ ਵੱਧ ਸਤਿਕਾਰ ਕਰੇਗਾ ਉਨਾ ਹੀ ਵੱਧ ਸਾਡਾ ਸਿੱਖ ਹੈ। ਬੋਲੋ ਸਤਿਨਾਮ। ਜੇ ਥੋੜ੍ਹਾ ਸਤਿਕਾਰ ਦੇਵੇ ਥੋੜ੍ਹੇ ਸਿੱਖ, ਜੇ ਵੱਧ ਸਤਿਕਾਰ ਕਰਦੇ ਤਾਂ ਸਾਧ ਸੰਗਤ ਜਿੰਨਾ ਵੱਡਾ ਸਤਿਕਾਰ ਦੇਵਾਂਗੇ ਤੇ ਵੱਡੇ ਵੱਡੇ ਸਿੱਖ ਹੋਵਾਂਗੇ। ਬੋਲੋ ਸਤਿਨਾਮ। ਇਹ ਮਨਾਂ 'ਚ ਝਾਤੀ ਮਾਰ ਲਓ, ਕਿੰਨਾ ਕੁ ਸਾਡੇ ਮਨ ਦੇ ਅੰਦਰ ਗੁਰੂ ਸਾਹਿਬ ਦਾ ਸਤਿਕਾਰ ਹੈ, ਬਾਣੀ ਦਾ ਸਤਿਕਾਰ ਹੈ। ਇਹ ਤਾਂ ਮੱਥਾ ਵੀ ਨਹੀਂ ਟੇਕ ਕੇ ਬਹਿੰਦੇ, ਤਾਂ ਮੱਥਾ ਟੇਕ ਕੇ ਵੀ ਨਹੀਂ ਜਾਂਦੇ। ਸਾਨੂੰ ਇੰਨਾ ਵੀ ਨਹੀਂ ਪਤਾ ਲੱਗਿਆ ਸੰਗਤ ਵਿੱਚ ਕਿਵੇਂ ਆਈਦਾ, ਕਿਵੇਂ ਜਾਈਦਾ। ਕੀਰਤਨ ਦਾ ਸੁਣਿਆ ਨਾ ਵੀ ਕੀਰਤਨ ਕਰ ਸੁਣ ਰਹੇ ਹਾਂ, ਅੰਮ੍ਰਿਤ ਛਕ ਰਹੇ ਹਾਂ, ਸਿੱਖ ਬਣ ਰਹੇ ਹਾਂ, ਪਰੰਤੂ ਅਣਜਾਣ ਅੰਮ੍ਰਿਤ ਤੋਂ ਮਹਾਨਤਾ ਨਹੀਂ ਜਾਣਦੇ, ਕੀਰਤਨ ਦੀ ਮਹਾਨਤਾ ਨਹੀਂ ਜਾਣਦੇ, ਤੁਰਕੀ ਬਾਣੀ ਦੀ ਮਹਾਨਤਾ ਨਹੀਂ ਜਾਣਦੇ, ਗੁਰੂ ਦੀ ਮਹਾਨਤਾ ਨਹੀਂ ਜਾਣਦੇ। ਜਾਣਦੇ ਸੀ ਗੁਰੂ ਅਮਰਦਾਸ ਜੀ, ਪਿੱਛੇ ਪੈਰੀ ਤੁਰਿਆ ਕਰਦੇ, ਕਿਤੇ ਮੇਰੀ ਗੁਰਦੇਵ ਵੱਲ ਪਿੱਠ ਨਾ ਹੋ ਜਾਏ। ਗੁਰੂ ਅਮਰਦਾਸ ਜੀ ਪਿੱਛੇ ਪੈਰੀ ਤੁਰਦੇ, ਕਿਉਂ ਤੁਰਦੇ? ਕਿਤੇ ਗੁਰੂ ਅੰਗਦ ਸਾਹਿਬ ਜੀ ਵੱਲ ਮੇਰੀ ਪਿੱਠ ਨਾ ਹੋ ਜਾਏ। ਅਸੀਂ ਤਾਂ 50 ਵਾਰ ਪਿੱਠ ਕਰਦੇ ਹਾਂ ਦਿਨ 'ਚ। ਬੋਲੋ ਸਤਿਨਾਮ। ਗੁਰੂ ਤਾਂ ਉਹੀ ਹੈ, ਅਸੀਂ ਤਾਂ ਐਨ ਸਾਹਮਣੇ ਹੀ ਪਿੱਠ ਕਰਕੇ ਖੜ ਜਾਂਦੇ। ਬੋਲੋ ਸਤਿਨਾਮ। ਦੱਸੋ ਕਿੱਥੇ ਸਾਨੂੰ ਆਨੰਦ ਆ ਜੂ, ਕਿੱਥੇ ਨਾਮ ਮਿਲ ਜੂ, ਕਿੱਥੇ ਸਾਨੂੰ ਦਾਤਾਂ ਮਿਲ ਜਾਣਗੀਆਂ? ਜਾਂ ਅਸੀਂ ਮੰਗਣ ਵਾਲੀ ਨਹੀਂ ਬਣੇ ਅਜੇ ਤੱਕ, ਸਾਡੀ ਝੋਲੀ ਨਹੀਂ ਅਜੇ ਤੱਕ ਬਣੀ। ਪਊਗਾ ਕੀ ਵਿੱਚ ਸਾਧ ਸੰਗਤ ਪੱਲੇ ਦੇ, ਜਦੋਂ ਪੱਲਾ ਹੀ ਨਹੀਂ ਅੜਿਆ। ਸੋ ਸਾਧ ਸੰਗਤ ਇਸ ਕਰਕੇ ਗੁਰੂ ਮਹਾਰਾਜ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ 5-7 ਦਸਾਂ ਮਿੰਟ 'ਚ ਕੋਈ ਫਰਕ ਨਹੀਂ, ਸਾਧ ਸੰਗਤ ਬਹੁਤਾ ਪੈਂਦਾ ਹੁੰਦਾ।
ਜਦੋਂ ਅਰਦਾਸ ਹੁਕਮਨਾਮੇ ਤੋਂ ਬਾਅਦ ਸਤਿਗੁਰੂ ਜੀ ਆਪਣੇ ਨਿਜ ਸਥਾਨਾਂ ਨੂੰ ਚਲੇ ਜਾਂਦੇ ਨੇ। ਫਿਰ ਆਗਿਆ ਲੈ ਕੇ ਲੰਗਰ ਪਾਣੀ ਛਕ ਕੇ ਆਪਣੇ ਆਪਣੇ ਘਰਾਂ ਨੂੰ ਜਾਣ ਦੀ ਕੋਸ਼ਿਸ਼ ਕਰਿਆ ਕਰੋ, ਫਿਰ ਜਾਇਆ ਕਰੋ। ਬਾਕੀ ਟਾਈਮ ਸਿਰ ਆਇਆ ਕਰੋ, ਸਮੇਂ ਸਿਰ ਆਇਆ ਕਰੋ। ਹੁਣ ਉੱਧਰ ਕੀਰਤਨ ਹੋ ਰਿਹਾ ਹੁੰਦਾ, ਉਧਰ ਵਿੱਚ ਨੂੰ ਆ ਕੇ ਨਾਲੇ ਮੱਥਾ ਟੇਕਣਗੇ, ਨਾਲੇ ਬੋਲਣਗੇ, ਆਉਣਗੇ ਪਿੱਛੇ ਤੇ ਬੈਠਣਾ ਸਾਰਿਆਂ ਨਾਲ ਮੋਹਰੇ, ਝਗੜਾ ਹੀ ਹੋਊ। ਫਿਰ ਹੋਰ ਕੀ ਹੋਊਗਾ? ਸੇਵਾਦਾਰ ਕਹਿੰਦੇ ਨੇ ਇੱਥੇ ਨਹੀਂ ਬੈਠਣਾ, ਉੱਧਰ ਬੈਠਣਾ, ਨਹੀਂ ਤਾਂ ਮੈਂ ਇੱਥੇ ਬੈਠਣਾ ਹੋਊਗਾ। ਇਸ ਕਰਕੇ ਭਾਈ ਸਮੇਂ ਸਿਰ ਆਓ, ਟਾਈਮ ਸਿਰ ਆਓ, ਪਿਆਰ ਨਾਲ ਮੱਥਾ ਟੇਕੋ। ਫਿਰ ਜਿੱਥੇ ਜਗ੍ਹਾ ਮਿਲਦੀ ਹੈ ਉੱਥੇ ਆਰਾਮ ਦੇ ਨਾਲ ਬੈਠੋ। ਸੇਵਾਦਾਰ ਜੋ ਖੜੇ ਨੇ ਇਹ ਤੁਹਾਡੀ ਸੇਵਾ 'ਚ ਹੀ ਖੜੇ ਨੇ, ਇਹਨਾਂ ਦੀ ਵੀ ਆਗਿਆ ਮੰਨਿਆ ਕਰੋ, ਸੇਵਾਦਾਰਾਂ ਦਾ ਕਹਿਣਾ ਮੰਨਿਆ ਕਰੋ। ਜੇ ਮੂਹਰੇ ਬੈਠਣਾ ਹੁੰਦਾ ਫਿਰ ਪਹਿਲਾਂ ਆਇਆ ਕਰੋ। ਸਮੇਂ ਸਿਰ ਪਹੁੰਚ ਕੇ ਲਾਭ ਉਠਾਓ। ਇਹ ਸਮਾਂ ਵੱਡੇ ਭਾਗਾਂ ਕਰਕੇ ਪ੍ਰਾਪਤ ਹੋਇਆ ਹੈ। ਸਤ ਸੰਗਤ ਐਵੇਂ ਨਹੀਂ ਮਿਲਦੀ। ਸੁਣਿਆ ਸੀ ਨਾ ਕੱਲ? ਪੜੋ ਸ਼ਬਦ, ਫਿਰ ਅਰਦਾਸ ਹੁਕਮਨਾਮੇ 'ਚ ਜੁੜਨਾ। ਸਤ ਸੰਗ ਨਾ ਮਿਲਦਾ ਭਾਗ ਬਿਨਾ, ਸੰਗ ਨਾ ਮਿਲਦਾ ਭਾਗ ਬਿਨਾ, ਇਸ ਕਰਕੇ ਅਸੀਂ ਸਾਧ ਸੰਗਤ ਮਾਣ ਹਉਮੈ ਚੰਗੇ ਗੁਣਾਂ ਦੀ ਵੀ ਨਹੀਂ ਕਰਨੀ। ਇਹ ਕਹਿਣਗੇ ਮੈਂ ਤਾਂ ਇੰਨੀ ਸੇਵਾ ਕਰਦਾ, ਮੈਂ ਤਾਂ ਇੰਨਾ ਪਾਠ ਕਰਦਾ, ਮੈਂ ਤਾਂ ਬਹੁਤ ਵਧੀਆ ਕੀਰਤਨ ਕਰਦਾ। ਨਹੀਂ, ਮਾਣ ਸਾਧ ਸੰਗਤ ਚੰਗੇ ਗੁਣਾਂ ਦਾ ਵੀ ਨਹੀਂ ਕਰਨਾ। ਸੱਤੇ ਬਲਵੰਡੂ ਨਹੀਂ ਕੀਰਤਨ ਦੇ ਕਰ ਬੈਠੇ, ਬੋਲੋ ਸਤਨਾਮ। ਕੀਰਤਨ ਕਰਨਾ ਤਾਂ ਮਾੜਾ ਨਹੀਂ ਨਾ ਹੁੰਦਾ, ਉਹ ਕੀਰਤਨ ਦਾ ਹੀ ਹੋ ਗਿਆ। ਨਾ ਅਸੀਂ ਪਾਠ ਦਾ ਕਰਨਾ ਹੈ, ਨਾ ਜਪ ਤਪ ਦਾ ਕਰਨਾ ਹੈ, ਨਾ ਸੇਵਾ ਦਾ ਕਰਨਾ ਹੈ, ਨਾ ਸਿਮਰਨ ਦਾ ਕਰਨਾ ਹੈ। ਮਾਣ ਨੂੰ ਮਾਰਨ ਵਾਸਤੇ ਤਾਂ ਸਾਧਨ। ਗੁਰਦੇਵ ਫਰਮਾਨ ਕਰਦੇ ਨੇ, ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰਾ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਹੋਰ ਤਾਂ ਕਿਹੜੀ ਗੱਲ ਦਾ ਮਾਣ ਕਰਨਾ ਹੈ? ਚੰਗੇ ਗੁਣਾਂ ਦਾ ਵੀ ਮਾਣ ਨਹੀਂ ਕਰਨਾ ਚਾਹੀਦਾ, ਹਉਮੈ ਨਹੀਂ ਕਰਨੀ ਚਾਹੀਦੀ। ਆਓ, ਇਹ ਪ੍ਰਾਪਤੀ ਸਤਸੰਗ ਤੋਂ ਹੁੰਦੀ ਹੈ। ਗਿਆਨ ਸਤਸੰਗ ਤੋਂ ਸਾਧ ਸੰਗਤ ਮਿਲਦਾ ਹੈ, ਨਹੀਂ ਤਾਂ ਅਗਿਆਨ ਭਰਮ ਦਾ ਪਰਦਾ ਕਿੰਨਾ ਪਿਆ ਹੋਇਆ ਹੈ, ਕਿੰਨਾ ਮੋਤੀਆ ਉਤਰਿਆ ਹੋਇਆ ਹੈ, ਇਹ ਤੁਹਾਨੂੰ ਪਤਾ ਹੀ ਹੈ। ਬਿਨ ਸੰਗਤ ਮੈਲ ਭਰੀਜੈ ਜੀ, ਸਤ ਸੰਗ ਨਾ ਮਿਲਦਾ ਭਾਗ ਬਿਨਾ, ਸਤ ਸੰਗ ਨਾ ਮਿਲਦਾ ਭਾਗ ਬਿਨਾ। ਬਿਨ ਸੰਗਤ ਮੈਲ ਭਰੀਜੈ ਭਾਗ ਬਿਨਾ, ਬਿਨ ਸੰਗਤ ਮੈਲ ਭਰੀਜੈ। ਸਤਨਾਮ ਸ਼੍ਰੀ ਵਾਹਿਗੁਰੂ ਬੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਕਦੇ ਨਾ ਡੋਲ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ